ਇੱਥੇ ਆਏ ਨੇ। ਦੇਖੋ ਬਈ, ਮੈਂ ਕੱਲ੍ਹ ਵੀ ਬੇਨਤੀ ਕਰੀ ਸੀ, ਜਿਹੜੇ ਆਪਾਂ ਬੱਚਿਆਂ ਨੂੰ ਵਿਦਿਆ ਦੇ ਰਹੇ ਹਾਂ ਉਹਨਾਂ ਦੇ ਮਾਂ ਪਿਓ ਆਪਣੇ ਬੱਚਿਆਂ ਨੂੰ ਲੈ ਕੇ ਆਉਣ, ਜਿਹੜੇ ਦੁਪਹਿਰ ਵੀ ਆਉਂਦੇ ਨੇ ਉਹ ਵੀ, ਅਤੇ ਜਿਹੜੇ ਇਸ ਲਈ। ਸੋ ਵੱਧ ਤੋਂ ਵੱਧ ਆਪਾਂ ਇਹਨਾਂ ਤੋਂ ਲਾਹਾ ਲਈਏ ਅਤੇ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਦੇ ਆਧਾਰ 'ਤੇ ਹੀ। ਕੱਲ੍ਹ ਨੂੰ ਭਾਈ ਸਾਹਿਬ ਨੇ ਦੱਸਿਆ ਵੀ ਜਿਵੇਂ ਗੁਰੂ ਗ੍ਰੰਥ ਸਾਹਿਬ 'ਚ ਘੋੜੀਆਂ ਸਾਰਾ ਉਹਨਾਂ ਨੇ ਦੱਸਿਆ, ਉਹ ਇਹ ਸਾਰੀਆਂ ਚੀਜ਼ਾਂ ਗੁਰਮਤਿ ਅਨੁਸਾਰ ਰਾਗਾਂ ਦੇ ਆਧਾਰ 'ਤੇ ਸੁਣਨ ਵਾਲੀਆਂ ਹਨ। ਔਰ ਸਾਨੂੰ ਜ਼ਰੂਰ ਇਹਨਾਂ ਤੋਂ ਲਾਹਾ ਲੈਣਾ ਚਾਹੀਦਾ, ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ ਜਿਸ ਕਿ ਵਿਰਸੇ ਨੂੰ ਅਸੀਂ ਭੁੱਲਦੇ ਜਾ ਰਹੇ ਸੀ। ਸੋ ਸਤਿਗੁਰੂ ਆਪਣੀ ਕਲਾ ਆਪ ਹੀ ਵਰਤਾ ਰਹੇ ਨੇ। ਅਤੇ ਗੁਰਮਤਿ ਅਨੁਸਾਰ ਪਹਿਲਾਂ ਅਸੀਂ ਦੇਖਿਆ ਕਈ ਰਾਗੀ ਸਿੰਘ ਜਦੋਂ ਆਪਣੇ ਟੂਨਾਂ 'ਤੇ ਕੀਰਤਨ ਕਰਨਾ ਨੇ, ਵੀਰ ਜੁਰਾਂ ਨੇ ਕਹਿਣਾ ਕਈ ਵਾਰੀ ਵਿਗਿਆਨੀ ਜੀ ਇਸ ਟੂਨਾਂ 'ਤੇ ਇਹਨਾਂ ਕੀਰਤਨ ਕੀਤਾ। ਇਹਨਾਂ ਨੂੰ ਗੁਰਮਤਿ ਕਈ ਮਤਲਬ ਕਿ ਜਿਨ੍ਹਾਂ ਰਾਗੀਆਂ ਨੇ ਅੱਛੀ ਤਰ੍ਹਾਂ ਸੰਗੀਤ ਨਹੀਂ ਸਿੱਖਿਆ, ਪਰ ਇਹਨਾਂ 'ਤੇ ਬੜੀ ਕਿਰਪਾ। ਔਰ ਜਿੰਨੇ ਵੀ ਇਹਨਾਂ ਦੇ ਵਿਦਿਆਰਥੀ ਨੇ ਉਹ ਗੁਰਮਤਿ ਅਨੁਸਾਰ ਸਟੇਜ 'ਤੇ ਬਹਿੰਦਿਆਂ ਹੀ ਪਹਿਲਾਂ ਰਾਗ ਸ਼ਬਦ ਨੂੰ ਪੜ੍ਹਨਾ, ਜਿਵੇਂ ਦਰਬਾਰ ਸਾਹਿਬ ਹੁੰਦਾ। ਸੋ ਇਹਨਾਂ 'ਤੇ ਬੜੀ ਕਿਰਪਾ। ਆਪਾਂ ਨੂੰ ਜ਼ਰੂਰ ਇਹਦਾ ਲਾਹਾ ਉਠਾਉਣਾ ਚਾਹੀਦਾ ਅਤੇ ਨਾਲੇ ਇਹਨਾਂ ਦਾ ਆਪਾਂ ਸਤਿਕਾਰ ਵੀ ਕਰਨਾ, ਪ੍ਰਬੰਧਕ ਕਮੇਟੀ ਨੇ ਵੀ ਕਰਨਾ ਅਤੇ ਸੰਗਤ ਕਾਮ ਦੇਣ। ਮੈਂ ਅੱਗੇ ਵੀ ਬੇਨਤੀ ਕਰਦਾ ਆ ਰਿਹਾ ਕਿ ਬਹੁਤ ਮਹਿੰਗੇ ਇਹ ਟਿਕਟਾਂ ਲਾ ਕੇ ਜੱਥੇ ਸਾਡੇ ਕੋਲ ਆਉਂਦੇ ਨੇ ਅਤੇ ਸਾਨੂੰ ਲਾਹੇ ਪ੍ਰਾਪਤ ਕਰਨੇ ਚਾਹੀਦੇ ਨੇ। ਆਓ ਹੁਣ ਪੰਥ ਦੇ ਪ੍ਰਸਿੱਧ ਕਥਾਵਾਚਕ ਸਤਿਕਾਰਯੋਗ ਗਿਆਨੀ ਸੁਖਜੀਤ ਸਿੰਘ ਜੀ ਕਨ੍ਹਈਆ ਆਓ ਸੰਗਤਾਂ ਨੂੰ ਤਕਰੀਬਨ 7:20 ਤੱਕ ਪੰਥ ਪ੍ਰਕਾਸ਼ ਦੀ ਚੱਲਦੀ ਕਥਾ ਸਰਵਣ ਕਰਾ ਰਹੇ ਹਨ। ਬੜੇ ਪਿਆਰ ਦੇ ਨਾਲ ਆਪਾਂ ਸਰਵਣ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ, ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ, ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ਼੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ, ਹਰ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ, ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ, ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ, ਸਤਿਗੁਰ ਪਰਮ ਕਿਰਪਾਲਾ, ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਤਰੋਂ ਤਰਾ ਪਰ ਪੁੰਨ ਪੁੰਨ ਸੀਸਾ, ਵਾਹਿਗੁਰੂ ਪੁੰਨ ਪੁੰਨ ਸੀਸਾ, ਬੰਦੋ ਬਾਰ ਬਾਰ ਜਗਦੀਸਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵੈਰਾਗ, ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ, ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤੁਮਾਰੀ, ਹਮ ਨਾ ਸਖਤ ਕਰ ਸਿਫਤ ਤਿਹਾਰੀ, ਆਪ ਲਿਹੋ ਤੁਮ ਕਥਾ ਸੁਧਾਰੀ, ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ, ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਉ ਸੂਰੋ ਪੂਰੋ ਸਰੀਰ, ਨਿਜ ਕਰ ਪਰ ਹੈ ਰਾਖੈ ਤੀਰ, ਕਉ ਸੂਰੋ ਪੂਰੋ ਸਰੀਰ, ਨਿਜ ਘਰ ਪਰ ਹੀ ਰਾਖੈ ਤੀਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਚਵਰ ਸ਼ਵਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਸਰੂਪ ਗੁਰੂ ਖਾਲਸਾ ਜੀ, ਸਤਿਗੁਰੂ ਨੇ ਪਾਰ ਬਖਸ਼ਿਸ਼ ਕਰਕੇ ਇਤਿਹਾਸ ਦੀ ਲੜੀਵਾਰ ਕਥਾ ਅੰਦਰ ਹਾਜ਼ਰੀ ਭਰਨ ਲਈ ਸਮਾਂ ਬਖਸ਼ਿਆ। ਬੀਤੇ ਦਿਨੀ ਆਪ ਜੀ ਨੇ ਸਰਵਣ ਕੀਤਾ ਕਿ ਜਦੋਂ ਭਾਈ ਸਾਹਿਬ ਭਾਈ ਤਾਰੂ ਸਿੰਘ ਸਾਹਿਬ ਜੀ, ਜਿਨ੍ਹਾਂ ਦਾ ਖੋਪੜ ਉਤਾਰ ਦਿੱਤਾ ਗਿਆ, ਪਰ ਭਾਈ ਤਾਰੂ ਸਿੰਘ ਜੀ ਨੇ ਕੇਸ ਨਹੀਂ ਕਟਵਾਏ, ਖੋਪੜ ਉਤਰਾਉਣਾ ਮਨਜ਼ੂਰ ਕਰਵਾ ਲਿਆ। ਭਾਈ ਤਾਰੂ ਸਿੰਘ ਜੀ ਨੇ ਫਿਰ ਉਸ ਨਵਾਬ ਨੂੰ ਅੱਖਾਂ ਦੇ ਵਿੱਚ ਅੱਖਾਂ ਪਾ ਕਰਕੇ ਇੱਕ ਬਚਨ ਕੀਤਾ ਕਿ ਨਵਾਬਾ ਤੂੰ ਤਿਆਰੀ ਕਰ ਲੈ, ਜਿੰਨੇ ਵੀ ਜ਼ੁਲਮ ਜਿੰਨੇ ਵੀ ਤਸੀਹੇ ਅੱਜ ਤਾਈਂ ਸਿੱਖਾਂ ਨੂੰ ਦਿੱਤੇ ਨੇ, ਹੁਣ ਖੁਦਾ ਦੀ ਸੱਚੀ ਦਰਗਾਹ ਵਿੱਚ ਜਾ ਕਰਕੇ ਉਹਨਾਂ ਦਾ ਤੇਰੇ ਨਾਲ ਹਿਸਾਬ ਹੋਵੇਗਾ। ਤੇ ਭਾਈ ਤਾਰੂ ਸਿੰਘ ਜੀ ਨੇ ਕਿਹਾ ਮੈਂ ਉਦੋਂ ਤੱਕ ਸ਼ਰੀਰ ਨਹੀਂ ਛੱਡਾਂਗਾ ਜਦੋਂ ਤੱਕ ਤੇਰੇ ਸਿਰ ਦੇ ਵਿੱਚ ਗੁਰੂ ਕੇ ਸਿੱਖ ਦੇ ਪੈਰ ਦੀ ਜੁੱਤੀ ਨਾ ਵੱਜੀ। ਭਾਈ ਤਾਰੂ ਸਿੰਘ ਜੀ ਦੇ ਬਚਨਾਂ ਤੋਂ ਬਾਅਦ ਮੌਕੇ ਦੇ ਨਵਾਬ ਖਾਨ ਬਹਾਦਰ ਨੂੰ ਬੰਨ ਪੈ ਗਿਆ। ਹੁਣ ਤੜਫਦਾ ਹੈ ਖਾਲਸਾ ਜੀ ਤੇ ਗੁਰੂ ਕੇ ਸਿੱਖਾਂ ਅੱਗੇ ਪੁਕਾਰਾ ਕਰਦਾ, ਕਿਉਂਕਿ ਪਹਿਲਾਂ ਬੜੇ ਵੈਦ ਸੱਦੇ, ਪੀਰ ਫਕੀਰ ਸੱਦਦਾ, ਕਾਜ਼ੀਆਂ ਨੂੰ ਮੁੱਲਿਆਂ ਨੂੰ ਸੱਦਦਾ ਤੇ ਉਹਨਾਂ ਨੂੰ ਕਹਿੰਦਾ ਵੀ ਕੋਈ ਕਲਮਾ ਪੜੋ, ਕੋਈ ਮੰਤਰ ਪੜੋ, ਮੈਂ ਤਕਲੀਫ ਤੋਂ ਦੂਰ ਹੋ ਜਾਵਾਂ, ਮੇਰੀ ਤਕਲੀਫ ਦੂਰ ਹੋ ਜਾਵੇ। ਪਰ ਕਹਿੰਦੇ ਜਦੋਂ ਉਹ ਆ ਕੇ ਕਲਮਾ ਪੜ੍ਹਦੇ ਨੇ ਤੇ ਨਵਾਬ ਖਾਨ ਬਹਾਦਰ ਨੂੰ ਅੱਖਾਂ ਦੇ ਸਾਹਮਣੇ ਗੁਰੂ ਕੀਆਂ ਸ਼ਹੀਦੀ ਫੌਜਾਂ ਨਜ਼ਰ ਆਉਂਦੀਆਂ, ਸ਼ਹੀਦਾਂ ਸਿੰਘਾਂ ਦੇ ਪਹਿਰੇ ਲੱਗ ਗਏ। ਹੁਣ ਸ਼ਹੀਦ ਸਿੰਘਾਂ ਨੂੰ ਵੇਖ ਕੇ ਕਹਿੰਦੇ ਨਵਾਬ ਖਾਨ ਜਿਹੜਾ ਸੀਗਾ ਉਹ ਹੋਰ ਵੀ ਡਰਨ ਲੱਗ ਪਿਆ, ਉਹਦੀ ਆਤਮਾ ਵੀ ਕੰਬਣ ਲੱਗ ਪਈ। ਤੇ ਹੁਣ ਆਪਾਂ ਅੱਜ ਸਰਵਣ ਕਰਾਂਗੇ ਕਿ ਕਿਸ ਤਰ੍ਹਾਂ ਭਾਈ ਸੁਬੇਗ ਸਿੰਘ ਹੋਣਾ ਨੂੰ ਖਾਲਸੇ ਅੱਗੇ ਬੇਨਤੀ ਕਰਨ ਵਾਸਤੇ ਭੇਜਦਾ ਕਿ ਮੇਰੀ ਇੱਕ ਵਾਰ ਬੰਦ ਖਲਾਸੀ ਕਰਾ ਦਿਓ। ਸੋ ਆਓ ਸਭ ਤੋਂ ਪਹਿਲਾਂ ਦੋਵੇਂ ਹੱਥ ਜੋੜ ਕੇ ਸਤਿਗੁਰਾਂ ਨੂੰ ਸੀਸ ਝੁਕਾਉਂਦੇ ਹੋਏ ਪਿਆਰ ਸਹਿਤ ਉਚਾਰਨ ਕਰੋ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਕਉ ਸੂਰੋ ਪੂਰੋ ਸਰੀਰ। ਖਾਲਸਾ ਜੀ, ਜਿਹੜਾ ਨਵਾਬ ਤਸੀਹਿਆਂ ਦੇ ਨਾਲ ਜ਼ੁਲਮ ਕਰਕੇ ਤਲਵਾਰ ਦੇ ਜ਼ੋਰ ਨਾਲ ਚਾਹੁੰਦਾ ਸੀ ਸਾਰਾ ਭਾਰਤ ਦੀਨੇ ਮਜ਼ਹਬ ਕਬੂਲ ਕਰ ਲਵੇ, ਕਹਿੰਦੇ ਅੱਜ ਭਾਈ ਤਾਰੂ ਸਿੰਘ ਜੀ ਦਾ ਬਚਨ ਹੋਇਆ, ਜਦੋਂ ਤਕਲੀਫ ਵਿੱਚ ਤੜਪਦਾ ਤੇ ਆਪ ਦੇ ਪੀਰਾਂ ਫਕੀਰਾਂ ਤੇ ਆਪ ਦੀਆਂ ਕਲਮਾਂ ਤੋਂ ਉਹਦਾ ਭਰੋਸਾ ਉੱਠ ਜਾਂਦਾ, ਆਸ ਟੁੱਟ ਜਾਂਦੀ ਹੈ। ਤੇ ਹੁਣ ਮਨ ਵਿੱਚ ਸੋਚਦਾ ਵੀ ਜੇ ਸਿੱਖ ਨੇ ਬਚਨ ਕੀਤਾ ਹੈ ਨਾ ਤੇ ਹੁਣ ਮੈਨੂੰ ਛਡਾ ਵੀ ਸਿੱਖ ਹੀ ਸਕਦੇ ਨੇ, ਕੋਈ ਦੂਸਰਾ ਨਹੀਂ ਛਡਾ ਸਕਦਾ। ਤੇ ਖਾਲਸਾ ਜੀ ਭਾਈ ਰਤਨ ਸਿੰਘ ਭੰਗੂ ਕਹਿੰਦੇ ਕੋਈ ਪੂਰਾ ਹੀ ਹੁੰਦਾ ਹੈ ਜਿਹੜਾ ਆਪਣੇ ਮੁਰਸ਼ਦ ਤੇ ਭਰੋਸਾ ਰੱਖੇ, ਨਹੀਂ ਤੇ ਦੂਸਰੇ ਤਾਂ ਦੁੱਖ ਵੇਲੇ ਆਪਣੇ ਗੁਰੂ ਨੂੰ ਭੱਜ ਕੇ ਚਲੇ ਜਾਂਦੇ ਨੇ। ਭਾਵ ਦੁੱਖ ਆ ਗਿਆ ਤੇ ਖਾਲਸਾ ਜੀ ਦੁੱਖ ਦੀ ਘੜੀ ਦੇ ਵਿੱਚ ਗੁਰੂ ਨੂੰ ਛੱਡ ਦਿੱਤਾ ਕਿ ਉੱਥੇ ਜਾਵਾਂਗੇ ਜਿੱਥੇ ਕੋਈ ਸਾਡਾ ਦੁੱਖ ਦੂਰ ਕਰ ਦੇਵੇ। ਸੋ ਭਾਈ ਰਤਨ ਸਿੰਘ ਭੰਗੂ ਕਹਿੰਦੇ ਦੁੱਖ ਵੇਲੇ ਹੁਣ ਆਪਣੇ ਪੀਰਾਂ ਫਕੀਰਾਂ ਆਪਣੇ ਮੁਰਸ਼ਦ ਤੋਂ ਭਰੋਸਾ ਇਹਦਾ ਟੁੱਟ ਗਿਆ। ਨਿਜ ਗੁਰ ਪਰ ਹੀ ਰਾਖੈ ਤੀਰ। ਕੋਈ ਵਿਰਲਾ ਹੀ ਹੁੰਦਾ ਹੈ ਜਿਹੜਾ ਦੁੱਖਾਂ ਦੇ ਵਿੱਚ ਵੀ ਆਪਣੇ ਗੁਰੂ ਦੇ ਨਾਲ ਪਿਆਰ ਨਿਭਾ ਜਾਵੇ। ਹੈ ਗੁਰ ਸਿੱਖ ਕੋ ਜਗ ਮਾਹੇ। ਭਾਈ ਰਤਨ ਸਿੰਘ ਭੰਗੂ ਕਹਿੰਦੇ ਕੇਵਲ ਤੇ ਕੇਵਲ ਇਹ ਗੁਰੂ ਕੇ ਸਿੱਖ ਨੇ ਜਿਹੜੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਇਹ ਅਰਦਾਸ ਕਰਦੇ ਨੇ, ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਭੀ ਤੁਝੇ ਤੇ ਆਈ। ਕਿ ਜੇ ਸੁੱਖ ਮਿਲੇ ਤੇ ਪ੍ਰਮਾਤਮਾ ਤਾਂ ਵੀ ਤੇਰੇ ਚਰਨਾਂ ਨੂੰ ਨਮਸਕਾਰ ਕਰਾਂਗੇ, ਸਤਿਗੁਰੂ ਜੀ ਤਾਂ ਵੀ ਤੁਹਾਡੇ ਘਰ ਚ ਆ ਕੇ ਸੇਵਾ ਕਰਾਂਗੇ। ਪਰ ਜੇ ਕਿਤੇ ਸਰੀਰ ਦੇ ਉੱਤੇ ਦੁੱਖ ਵੀ ਆ ਗਿਆ ਤੇ ਕਲਗੀਆਂ ਵਾਲੇ ਪਾਤਸ਼ਾਹ ਫਿਰ ਛੱਡ ਕੇ ਨਹੀਂ ਜਾਵਾਂਗੇ, ਭਾਵੇਂ ਦੁੱਖ ਦੇ ਭਾਵੇਂ ਸੁੱਖ ਦੇ, ਪਰ ਕਿਰਪਾ ਕਰੀ ਆਪਣੇ ਚਰਨਾਂ ਦੇ ਵਿੱਚ ਰਹਿਣ ਵਾਸਤੇ ਸਾਨੂੰ ਥਾਂ ਜ਼ਰੂਰ ਦੇ ਦੇਈਂ। ਤੇ ਜਿਹਨੂੰ ਗੁਰੂ ਦੇ ਚਰਨਾਂ ਵਿੱਚ ਰਹਿਣ ਵਾਸਤੇ ਥਾਂ ਮਿਲ ਜਾਂਦੀ ਹੈ, ਉਸ ਤੋਂ ਵੱਡਾ ਸੱਚਖੰਡ ਕੋਈ ਨਹੀਂ ਹੁੰਦਾ। ਖਾਲਸਾ ਜੀ ਭਾਈ ਰਤਨ ਸਿੰਘ ਭੰਗੂ ਕਹਿੰਦੇ ਕੇਵਲ ਤੇ ਕੇਵਲ ਗੁਰੂ ਕੇ ਸਿੱਖ ਨੇ ਜਿਹੜੇ ਦੁੱਖਾਂ ਦੇ ਵਿੱਚ ਵੀ ਆਪਣੇ ਸਤਿਗੁਰੂ ਦਾ ਪੱਲਾ ਨਹੀਂ ਛੱਡਦੇ, ਭਾਵੇਂ ਖੋਪੜ ਵੀ ਲੈ ਜਾਵੇ, ਬੰਦ ਵੀ ਕੱਟਿਆ ਜਾਵੇ, ਭਾਵੇਂ ਖਾਲਸਾ ਜੀ ਸਵਾ ਮਨ ਦੇ ਪੀਸਨੇ ਵੀ ਪੀਸਨੇ ਪੈਣ,
ਬੱਚਿਆਂ ਦੇ ਟੋਟੇ ਟੋਟੇ ਕਰਾ ਕਰਕੇ ਉਹਨਾਂ ਦੀਆਂ ਆਂਦਰਾਂ ਦੇ ਹਾਰ ਵੀ ਗਲਾਂ ਵਿੱਚ ਪਵਾ ਕੇ ਉਹ ਧੰਨ ਗੁਰੂ ਕੇ ਸਿੱਖ ਜਿਹੜੇ ਉਦੋਂ ਵੀ ਗੁਰੂ ਦਾ ਪੱਲਾ ਨਹੀਂ ਸੀ ਛੱਡ ਗਏ, ਉਦੋਂ ਵੀ ਕਲਗੀਆਂ ਵਾਲੇ ਦੇ ਚਰਨਾਂ ਵਿੱਚ ਅਰਦਾਸ ਕਰਦੇ ਸੀ, ਸਤਿਗੁਰੂ ਤੇਰਾ ਸ਼ੁਕਰ ਹੈ। ਸੋ ਇਹ ਗੁਰਸਿੱਖਾਂ ਦੇ ਵਿੱਚ ਸਤਿਗੁਰੂ ਨੇ ਕਿਰਪਾ ਕਰਕੇ ਗੁਣ ਭਰਿਆ ਕਿ ਭਾਵੇਂ ਸੁੱਖ ਹੋਵੇ ਤੇ ਭਾਵੇਂ ਦੁੱਖ ਹੋਵੇ, ਗੁਰੂ ਕਾ ਸਿੱਖ ਕਦੇ ਵੀ ਸਤਿਗੁਰੂ ਤੋਂ ਬੇਮੁਖ ਨਹੀਂ ਹੁੰਦਾ। ਬੇਮੁਖ ਹੋਏ ਨਾ ਦੁੱਖ ਕਰ ਆਹੇ। ਦੁੱਖ ਦੀ ਜਿੱਡੀ ਮਰਜ਼ੀ ਵੱਡੀ ਘੜੀ ਆ ਜਾਵੇ, ਕਦੇ ਵੀ ਗੁਰੂ ਕਾ ਸਿੱਖ ਆਪਣੇ ਸਤਿਗੁਰੂ ਦਾ ਪੱਲਾ ਨਹੀਂ ਛੱਡਦਾ। ਕਿਉਂਕਿ ਜੀਵਨ ਦੇ ਵਿੱਚ ਖਾਲਸਾ ਜੀ ਜਿੱਡਾ ਮਰਜ਼ੀ ਵੱਡਾ ਦੁੱਖ ਆਵੇ, ਪਰ ਇੱਕ ਗੱਲ ਚੇਤੇ ਰੱਖਿਓ, ਜਿੱਡੇ ਵੱਡੇ ਸਤਿਗੁਰੂ ਦੇ ਲੜ ਅਸੀਂ ਲੱਗੇ ਆ ਨਾ, ਇਸ ਸਤਿਗੁਰੂ ਦੇ ਸਾਹਮਣੇ ਭਾਵੇਂ ਵੱਡੇ ਤੋਂ ਵੱਡਾ ਦੁੱਖ ਆ ਜਾਵੇ ਕੱਖ ਵੀ ਨਹੀਂ। ਸਤਿਗੁਰੂ ਕੇਵਲ ਇੱਕ ਵਾਰ ਮਿਹਰ ਦੀ ਨਿਗਾਹ ਨਾਲ ਤੱਕ ਲੈਣ ਤੇ ਖਾਲਸਾ ਜੀ ਵੱਡੇ ਤੋਂ ਵੱਡਾ ਦੁੱਖ ਸਾੜ ਕੇ ਸੁਆਹ ਕਰ ਸਕਦੇ ਨੇ। ਘੋਰ ਦੁਖਿੰ ਅਨਕ ਹਤਿਅੰ, ਜੇ ਖਾਲਸਾ ਜੀ ਵੱਡੇ ਤੋਂ ਵੱਡਾ ਦੁੱਖ ਆਵੇ, ਸੰਸਾਰ ਦੇ ਵਿੱਚ ਉਸ ਦੁੱਖ ਦਾ ਇਲਾਜ ਨਾ ਹੋਵੇ, ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਤੂੰ ਗੁਰ ਸ਼ਬਦ ਦਾ ਪੱਲਾ ਪਕੜੀ, ਪਰਮਾਤਮਾ ਦੇ ਨਾਮ ਦਾ ਪੱਲਾ ਪਕੜੀ, ਕਿਉਂਕਿ ਪਰਮਾਤਮਾ ਦੇ ਨਾਮ ਦੀ ਤਾਕਤ ਦੇ ਨਾਲ ਦੁੱਖ ਲੱਕੜਾਂ ਦੀ ਤਰ੍ਹਾਂ ਸੜ ਕੇ ਸੁਆਹ ਹੋ ਜਾਂਦਾ ਹੈ। ਸੋ ਖਾਲਸਾ ਜੀ, ਇਸ ਕਰਕੇ ਕਦੇ ਵੀ ਦੁੱਖ ਦੇ ਵਿੱਚ ਡੋਲਣਾ ਨਹੀਂ ਚਾਹੀਦਾ, ਕਦੇ ਵੀ ਦੁੱਖ ਦੇ ਵਿੱਚ ਚਿੰਤਤ ਨਹੀਂ ਹੋਣਾ ਚਾਹੀਦਾ। ਜਦੋਂ ਵੀ ਕਿਤੇ ਤਕਲੀਫ ਵਾਲਾ ਦੁੱਖ ਵਾਲਾ ਸਮਾਂ ਆਵੇ ਤੇ ਇਕਾਗਰ ਹੋ ਕਰਕੇ ਜਪਜੀ ਸਾਹਿਬ ਦਾ ਪਾਠ ਕਰਕੇ ਗੁਰੂ ਚਰਨਾਂ ਵਿੱਚ ਅਰਦਾਸ ਕਰੀਏ ਤੇ ਭਰੋਸਾ ਰੱਖ ਕੇ ਸਤਿਗੁਰੂ ਦੇ ਉੱਤੇ ਮੈਂ ਬਚਨ ਕਰਦਾ, ਜੇ ਦੁੱਖ ਦੇ ਵਿੱਚ ਜਪਜੀ ਸਾਹਿਬ ਕਰਕੇ ਗੁਰੂ ਕੇ ਚਰਨਾਂ ਵਿੱਚ ਅਰਦਾਸ ਕਰੋਗੇ, ਜਿੱਡਾ ਮਰਜੀ ਵੱਡਾ ਦੁੱਖ ਹੋਵੇ ਸਤਿਗੁਰੂ ਇੱਕ ਖਿੰਨ ਵਿੱਚ ਸਾੜ ਕੇ ਸੁਆਹ ਕਰ ਦੇਣਗੇ। ਸੋ ਇਹ ਗੁਰਸਿੱਖੀ ਦੀ ਰੀਤ ਹੈ ਵੀ ਦੁੱਖਾਂ ਦੇ ਵਿੱਚ ਵੀ ਸਤਿਗੁਰੂ ਦਾ ਪੱਲਾ ਨਹੀਂ ਛੱਡਦੇ। ਦੋਹਰਾ ਬੰਦੀ ਖਾਨੋ ਸਭ ਛੜਿਓ, ਕਰ ਕਰ ਨਵਾਬ ਸਲਾਮ। ਹੁਣ ਨਵਾਬ ਖਾਨ ਬਹਾਦਰ ਕਹਿੰਦਾ ਵੀ ਇਸ ਤਰ੍ਹਾਂ ਤੇ ਬੰਦ ਖਲਾਸੀ ਹੋ ਨਹੀਂ ਰਹੀ, ਜਿਹੜੇ ਆਪਣੇ ਬੰਦੀ ਖਾਨੇ ਦੇ ਵਿੱਚ ਕੈਦ ਕੀਤੇ ਨੇ ਉਹਨਾਂ ਸਾਰਿਆਂ ਨੂੰ ਰਿਹਾ ਕਰ ਦਿਓ। ਰਿਹਾਈ ਦੇ ਹੁਕਮ ਦੇ ਦਿੱਤੇ ਵੀ ਜਿਨ੍ਹਾਂ ਨੂੰ ਅੱਜ ਤੱਕ ਜ਼ੁਲਮ ਦਿੱਤੇ ਨੇ, ਤਸੀਹੇ ਦਿੱਤੇ ਨੇ, ਉਹਨਾਂ ਨੂੰ ਰਿਹਾ ਕਰ ਦਿਓ। ਤੇ ਜਦੋਂ ਕੈਦੀ ਸਾਰੇ ਰਿਹਾ ਕੀਤੇ ਤੇ ਨਵਾਬ ਖਾਨ ਬਹਾਦਰ ਖਾਲਸਾ ਜੀ ਉਹਦੇ ਆਪ ਦੀ ਕੈਦੀਆਂ ਦੇ ਅੱਗੇ ਦੋਵੇਂ ਹੱਥ ਜੋੜ ਕੇ ਉਹਨਾਂ ਦੇ ਚਰਨਾਂ ਤੇ ਮੱਥੇ ਟੇਕਦਾ, ਉਹਨਾਂ ਨੂੰ ਸਲਾਮਾਂ ਕਰਦਾ ਕਿ ਸ਼ਾਇਦ ਇਹਨਾਂ ਦੇ ਅੱਗੇ ਝੁਕ ਕੇ ਮੇਰਾ ਦੁੱਖ ਕੱਟਿਆ ਜਾਵੇ। ਇਸੇ ਕਰਕੇ ਗੁਰੂ ਕੀ ਬਾਣੀ ਨੇ ਕਿਹਾ ਕਦੇ ਵੀ ਹੰਕਾਰ ਨਾ ਕਰ, ਕਿਉਂਕਿ ਪ੍ਰਮਾਤਮਾ ਦੀ ਮੌਜ ਦਾ ਕੋਈ ਪਤਾ ਨਹੀਂ। ਭੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਭੇਖਾਰੀ, ਇਹ ਸਤਿਗੁਰੂ ਭਿਖਾਰੀਆਂ ਤੋਂ ਰਾਜਾ ਤੇ ਰਾਜਿਆਂ ਤੋਂ ਫਿਰ ਭਿਖਾਰੀ ਬਣਾ ਦਿੰਦਾ। ਇਹ ਪ੍ਰਮਾਤਮਾ ਅੱਗੇ ਕਦੇ ਹੰਕਾਰ ਨਹੀਂ ਕਰਨਾ ਚਾਹੀਦਾ। ਉੱਚਾ ਨਾ ਬੋਲ ਬੋਲੀਏ ਕਰਤਾਰੋਂ ਡਰੀਏ, ਕਰਤਾਰ ਤੋਂ ਸਦਾ ਡਰ ਕੇ ਰਹਿਣਾ ਚਾਹੀਦਾ। ਅੱਜ ਮਾੜਾ ਸਮਾਂ ਆਇਆ ਤੇ ਜਿਹੜਾ ਨਵਾਬ ਪਹਿਲਾਂ ਕੈਦੀ ਬਣਾ ਰਿਹਾ ਸੀ, ਲੋਕਾਂ ਨੂੰ ਜ਼ੁਲਮ ਦੇ ਰਿਹਾ ਸੀ, ਅੱਜ ਦੁੱਖ ਦਾ ਸਮਾਂ ਆਇਆ, ਉਹਨਾਂ ਕੈਦੀਆਂ ਨੂੰ ਰਿਹਾ ਕਰਕੇ ਉਹਨਾਂ ਨੂੰ ਸਲਾਮਾਂ ਕਰਦਾ ਤੇ ਦੁਆ ਕਰਦਾ ਕਿ ਮੇਰਾ ਦੁੱਖ ਕਟਿਆ ਜਾਵੇ। ਤੋ ਪੀ ਬੰਧਨ ਨਹਿ ਛੁਟਿਓ, ਨਾ ਪਾਇਓ ਕਛੂ ਆਰਾਮ। ਪਰ ਕਹਿੰਦੇ ਕੈਦੀ ਵੀ ਰਿਹਾ ਕਰ ਲਏ, ਪਰ ਨਵਾਬ ਨੂੰ ਕੋਈ ਆਰਾਮ ਨਾ ਆਇਆ, ਨਵਾਬ ਦਾ ਦੁੱਖ ਨਾ ਕੱਟਿਆ ਗਿਆ। ਚੌਪਈ ਤਬ ਨਵਾਬ ਕੈ ਯਹ ਜਿ ਆਈ। ਜਦੋਂ ਖਾਲਸਾ ਜੀ ਕੈਦੀ ਰਿਹਾ ਕਰਨ ਤੋਂ ਬਾਅਦ ਵੀ ਨਵਾਬ ਨੂੰ ਆਰਾਮ ਨਾ ਆਇਆ ਨਾ, ਨਵਾਬ ਖਾਨ ਬਹਾਦਰ ਦੇ ਮਨ ਵਿੱਚ ਫਿਰ ਇੱਕ ਵਿਚਾਰ ਆਈ, ਸਿੰਘ ਸਰਾਪ ਸਿੰਘਨ ਤੇ ਜਾਈ। ਕਿ ਭਾਈ ਤਾਰੂ ਸਿੰਘ ਦਾ ਸ਼ਰਾਪ ਹੈ ਕਿ ਨਵਾਬਾ ਤੂੰ ਤੜਪ ਤੜਪ ਕੇ ਮਰੇਗਾ, ਤੇ ਆ ਗੁਰੂ ਕਾ ਸਿੱਖ ਤਾਰੂ ਸਿੰਘ ਉਦੋਂ ਤੱਕ ਸ਼ਰੀਰ ਨਹੀਂ ਛੱਡੇਗਾ ਜਦੋਂ ਤੱਕ ਤੈਨੂੰ ਜੁੱਤੀਆਂ ਮਾਰ ਕੇ ਮੈਂ ਨਰਕਾਂ ਵਿੱਚ ਨਾ ਸੱਟ ਆਵਾਂ। ਤੇ ਨਵਾਬ ਕਹਿੰਦਾ ਵੀ ਜੇ ਇਹ ਸ਼ਰਾਪ, ਇਹ ਕਰੜਾ ਬਚਨ ਗੁਰੂ ਕੇ ਸਿੱਖ ਨੇ ਕੀਤਾ ਤੇ ਇਸ ਕਰੜੇ ਬਚਨ ਤੋਂ ਮੈਨੂੰ ਛਡਾ ਵੀ ਗੁਰੂ ਕਾ ਸਿੱਖ ਹੀ ਸਕਦਾ। ਜੇ ਰੱਬ ਦੇ ਪਿਆਰੇ ਨੇ ਕੋਈ ਬਚਨ ਕੀਤਾ, ਬਾਂਦੀ ਭਗਤ ਨਾ ਛੁਟੈ ਮੋਹੇ, ਭਗਤ ਦਾ ਕੀਤਾ, ਰੱਬ ਦੇ ਪਿਆਰੇ ਦਾ ਕੀਤਾ ਹੋਇਆ ਬਚਨ ਤੇ ਰੱਬ ਵੀ ਨਹੀਂ ਮੋੜਦਾ। ਖਾਲਸਾ ਜੀ, ਨਵਾਬ ਕਹਿੰਦਾ ਵੀ ਜੇ ਗੁਰੂ ਕੇ ਸਿੰਘ ਨੇ ਇਹ ਬਚਨ ਕੀਤਾ, ਇਸ ਬਚਨ ਤੋਂ ਹੁਣ ਮੈਨੂੰ ਛਡਾ ਵੀ ਗੁਰੂ ਕੇ ਸਿੱਖ ਹੀ ਸਕਦੇ ਨੇ।
ਜੋ ਰਾਖੈ ਤੋ ਸਿੱਖ ਰਖਾਵੈ। ਦੁਨੀਆ ਦੇ ਤਖਤੇ ਤੇ ਹੋਰ ਕੋਈ ਮੇਰੀ ਰੱਖਿਆ ਨਹੀਂ ਕਰ ਸਕਦਾ। ਕੇਵਲ ਤੇ ਕੇਵਲ ਗੁਰਸਿੱਖ ਹੀ ਹੈ ਜਿਹੜੀ ਹੁਣ ਮੇਰੀ ਬਾਹ ਪਕੜਨਗੇ। ਤਾਰੂ ਸਿੰਘ ਤੇ ਸਿੱਖ ਬਖਸ਼ਾਵੈ। ਖਾਲਸਾ ਜੀ ਹੁਣ ਸਿੱਖਾਂ ਨੂੰ ਕਹਿੰਦਾ, ਜਾਓ ਭਾਈ ਤਾਰੂ ਸਿੰਘ ਦੇ ਅੱਗੇ ਜਾ ਕੇ ਮੇਰੇ ਵੱਲੋਂ ਤਰਲੇ ਕਰੋ, ਬੇਨਤੀ ਕਰੋ ਕਿ ਭਾਈ ਤਾਰੂ ਸਿੰਘ ਮੈਨੂੰ ਬਖਸ਼ ਦੇਣ। ਸ਼ਹਿਰੀ ਸਿੰਘ ਨਵਾਬ ਬੁਲਾਏ। ਸਾਰੇ ਲਾਹੌਰ ਸ਼ਹਿਰ ਦੇ ਸਿੱਖਾਂ ਨੂੰ ਨਵਾਬ ਖਾਨ ਬਹਾਦਰ ਨੇ ਆਪਣੀ ਕਚਹਿਰੀ ਵਿੱਚ ਬੁਲਾ ਲਿਆ। ਸੋ ਡਰਦੇ ਸਭ ਹੀ ਚਲੇ ਆਏ। ਹੁਣ ਜਦੋਂ ਸਾਰੇ ਸਿੱਖ ਕਚਹਿਰੀ ਦੇ ਵਿੱਚ ਆ ਗਏ, ਨਵਾਬ ਖਾਨ ਬਹਾਦਰ ਡਰਦਾ ਡਰਦਾ ਕਹਿਣ ਲੱਗਾ, ਜੋੜ ਹਾਥ ਤਿੰਨ ਅੱਗੇ ਖਲੋਈ। ਦੋਵੇਂ ਹੱਥ ਜੋੜ ਕੇ ਤੇ ਆਪਣੀ ਕਚਹਿਰੀ ਵਿੱਚ ਆਏ ਹੋਏ ਸਿੱਖਾਂ ਦੇ ਸਾਹਮਣੇ ਖੜ ਗਿਆ। ਮੈਂ ਤਕਸੀਰ ਖਿਮੈ ਬਖਸ਼ੋਈ। ਕਿ ਮੇਰੇ ਤੋਂ ਹੋ ਗਈਆਂ ਬਹੁਤ ਭੁੱਲਾਂ, ਮੈਂ ਬਹੁਤ ਭੁੱਲਾਂ ਕੀਤੀਆਂ, ਗਲਤੀਆਂ ਕੀਤੀਆਂ। ਮੈਂ ਗੁਰੂ ਕਿਆਂ ਸਿੱਖਾਂ ਦੇ ਅੱਗੇ ਹੱਥ ਜੋੜ ਕੇ ਆਪਣੀ ਭੁੱਲਾਂ ਦੀ ਖਿਮਾ ਜਾਚਨਾ ਕਰਦਾ। ਤਾਰੂ ਸਿੰਘ ਤੇ ਖਤਾ ਬਖਸ਼ਾਵੋ। ਗੁਰੂ ਕੇ ਸਿੱਖਾਂ ਨੂੰ ਕਹਿੰਦਾ, ਮੇਰੀ ਬੇਨਤੀ ਹੈ, ਮੈਂ ਤੜਪ ਰਿਹਾ ਹਾਂ, ਦੁੱਖ ਦੇ ਸਮੇਂ ਵਿੱਚ ਆ, ਭਾਈ ਤਾਰੂ ਸਿੰਘ ਨੂੰ ਕਹਿ ਕਰਕੇ ਮੇਰੀਆਂ ਭੁੱਲਾਂ ਬਖਸ਼ਾ ਦਿਓ। ਵੇਖੋ ਗੁਰੂ ਕੇ ਸਿੱਖ ਦੀ ਤਾਕਤ ਤੇ ਗੁਰੂ ਕੇ ਸਿੱਖ ਦੇ ਬਚਨਾਂ ਦੀ ਤਾਕਤ। ਜਿਹੜਾ ਜ਼ੁਲਮੀ ਬਾਦਸ਼ਾਹ ਕਿਸੇ ਦੀ ਈਨ ਨਹੀਂ ਸੀ ਮੰਨਦਾ, ਖਾਲਸਾ ਜੀ ਇੱਥੇ ਭਜਨ ਬੰਦਗੀ ਵਾਲੇ ਭਾਈ ਤਾਰੂ ਸਿੰਘ ਨੇ ਇੱਕ ਬਚਨ ਕੀਤਾ ਤੇ ਏਡਾ ਵੱਡਾ ਜ਼ੁਲਮੀ ਬਾਦਸ਼ਾਹ ਵੀ ਗੁਰਸਿੱਖਾਂ ਦੇ ਚਰਨਾਂ ਤੇ ਢਹਿ ਗਿਆ। ਸੋ ਉਹ ਜ਼ੁਲਮੀ ਨਵਾਬ ਹੁਣ ਸਿੱਖਾਂ ਅੱਗੇ ਤਰਲੇ ਲੈਂਦਾ ਕਿ ਮੇਰੀਆਂ ਭੁੱਲਾਂ ਬਖਸ਼ਾ ਦਿਓ। ਖੋਪਰੀ ਸੀਸ ਪਰ ਕਿਵੈ ਟਿਕਾਵੋ। ਕਹਿੰਦਾ ਭਾਈ ਤਾਰੂ ਸਿੰਘ ਨੂੰ ਕਹੋ ਮੈਨੂੰ ਇੱਕ ਵਾਰ ਬਖਸ਼ ਦਿਓ, ਮੈਂ ਦੁਬਾਰਾ ਫਿਰ ਖੋਪੜੀ ਉਹਨਾਂ ਦੀ ਜਿਹੜੀ ਉਤਾਰੀ ਹੈ ਭਾਈ ਤਾਰੂ ਸਿੰਘ ਦੇ ਸਿਰ ਤੇ ਦੁਬਾਰਾ ਫਿਰ ਖੋਪੜੀ ਟਿਕਾ ਦਿਆਂਗਾ। ਡਰਤ ਸਿੱਖਨ ਜਾਏ ਆਏ ਸੋਈ। ਹੁਣ ਖਾਲਸਾ ਜੀ ਗੁਰੂ ਕੇ ਸਿੱਖ ਉਹ ਡਰਦੇ ਡਰਦੇ ਆਏ ਭਾਈ ਤਾਰੂ ਸਿੰਘ ਜੀ ਕੋਲ ਕਿ ਕਿਤੇ ਭਾਈ ਤਾਰੂ ਸਿੰਘ ਜੀ ਸਾਡੇ ਤੇ ਵੀ ਗੁੱਸਾ ਨਾ ਹੋ ਜਾਣ ਜਦੋਂ ਅਸੀਂ ਨਵਾਬ ਦੀ ਆ ਕੇ ਸਿਫਾਰਿਸ਼ ਕਰੀਏ। ਉੱਤਰ ਤਾਰੂ ਸਿੰਘ ਐਸ ਬਤੋਈ। ਤੇ ਖਾਲਸਾ ਜੀ ਜਦੋਂ ਭਾਈ ਤਾਰੂ ਸਿੰਘ ਨੂੰ ਆ ਕੇ ਨਵਾਬ ਵੱਲੋਂ ਬੇਨਤੀ ਕਰਨ ਲੱਗੇ ਤੇ ਭਾਈ ਤਾਰੂ ਸਿੰਘ ਜੀ ਅੱਗੋਂ ਫਿਰ ਕਹਿੰਦੇ ਨੇ, ਕਹੋ ਨਵਾਬ ਖਿਮ ਤਰਲੇ ਲੈਵੈ। ਕਹਿੰਦੇ ਜਾ ਕੇ ਆਪਣੇ ਨਵਾਬ ਨੂੰ ਦੱਸੋ, ਤੁਸੀਂ ਉਹਦੀ ਸਿਫਾਰਿਸ਼ ਕਰਨ ਆਏ ਹੋ ਤੇ ਉਹਨੂੰ ਦੱਸੋ ਜਾ ਕੇ ਕਿ ਨਵਾਬਾ ਹੁਣ ਤਰਲੇ ਕਿਹੜੀ ਗੱਲ ਤੋਂ ਲੈਂਦਾ ਹੈ। ਅਬ ਹਮ ਖੋਪਰੀ ਕਾਹੇ ਚਹੇਵੈ। ਹੁਣ ਆ ਗੁਰੂ ਕਾ ਸਿੱਖ ਦੁਬਾਰਾ ਆਪਣੇ ਸਿਰ ਦੇ ਉੱਤੇ ਖੋਪੜੀ ਨਹੀਂ ਟਿਕਾਵੇਗਾ। ਜੋ ਤੁਧ ਵਿੱਚ ਸੋ ਲਾਏ ਲੈ ਤਾਨ। ਕਿਉਂਕਿ ਹੁਣ ਜਿਹੜੀ ਵੀ ਤੇਰੇ ਵਿੱਚ ਤਾਕਤ ਹੈ ਤੂੰ ਤਾਕਤ ਲਾ ਕੇ ਵੇਖ ਲਾ, ਪਰ ਜੋ ਗੁਰੂ ਕੇ ਸਿੱਖ ਨੇ ਬਚਨ ਕੀਤਾ ਨਾ, ਇਹਨਾਂ ਬਚਨਾਂ ਤੇ ਕਲਗੀਧਰ ਆਪ ਵਰਤਣਗੇ ਤੇ ਨਵਾਬਾ ਹੁਣ ਤੈਨੂੰ ਨਰਕਾਂ ਵਿੱਚ ਸੱਟ ਕੇ ਆਵਾਂਗੇ। ਜੋ ਵੀ ਤੇਰੇ ਤੋਂ ਤਾਕਤ ਲੱਗਦੀ ਹੈ ਤੂੰ ਤਾਕਤ ਲਾ ਕੇ ਵੇਖ ਲੈ। ਨਹ ਛਾਡੋ ਤੁਧ ਇਸ ਜਹਾਨ। ਭਾਈ ਤਾਰੂ ਸਿੰਘ ਕਹਿੰਦੇ ਆ ਨਵਾਬ ਖਾਨ ਬਹਾਦਰ ਨੇ ਬਹੁਤ ਸਿੱਖਾਂ ਨੂੰ ਮਾਰਿਆ, ਛੋਟੇ ਛੋਟੇ ਸਿੱਖ ਬੱਚਿਆਂ ਨੂੰ ਕਤਲ ਕੀਤਾ। ਹੁਣ ਇਸ ਨਵਾਬ ਖਾਨ ਬਹਾਦਰ ਨੂੰ ਇਸ ਜਹਾਨ ਦੇ ਵਿੱਚ ਕੀ, ਮੈਂ ਤਾਂ ਅਗਲੇ ਜਹਾਨ ਵਿੱਚ ਵੀ ਨਹੀਂ ਛੱਡਾਂਗਾ। ਇਹ ਹੈ ਸ਼ਹੀਦਾਂ ਦੀ ਕਰੋਪੀ, ਜਿਹਦੇ ਤੇ ਫਿਰ ਸ਼ਹੀਦ ਸਿੱਧੇ ਹੋ ਕੇ ਲੱਗ ਜਾਣ ਨਾ ਖਾਲਸਾ ਜੀ, ਦੁਨੀਆ ਦੇ ਤਖਤੇ ਤੇ ਫਿਰ ਸ਼ਹੀਦਾਂ ਤੋਂ ਕੋਈ ਬਚਾ ਨਹੀਂ ਸਕਦਾ। ਭਾਈ ਤਾਰੂ ਸਿੰਘ ਕਹਿੰਦੇ ਇਸ ਜਹਾਨ ਤੇ ਕੀ, ਇਸ ਨਵਾਬ ਨੂੰ ਤਾਂ ਮੈਂ ਅਗਲੇ ਜਹਾਨ ਵਿੱਚ ਵੀ ਹੁਣ ਨਹੀਂ ਬਖਸ਼ਾਂਗਾ। ਦੋਹਰਾ ਤਬ ਨਵਾਬ ਮਨ ਜਾਣਿਓ ਮੋਹਿ ਰੱਖਨੇ ਸਾਕੈ ਕੋਏ। ਤੇ ਉਦੋਂ ਫਿਰ ਨਵਾਬ ਖਾਨ ਬਹਾਦਰ ਨੇ ਸੋਚ ਲਿਆ ਵੀ ਹੁਣ ਮੈਨੂੰ ਦੁਨੀਆ ਦੇ ਤਖਤੇ ਤੇ ਕੋਈ ਵੀ ਨਹੀਂ ਬਚਾ ਸਕਦਾ। ਰੱਖਣ ਆਖੈ ਜੋ ਮੁਝੇ ਸਾਤੈ ਜਾਵੈ ਸੋਏ। ਕਿਉਂਕਿ ਜਿਹੜਾ ਵੀ ਭਾਈ ਤਾਰੂ ਸਿੰਘ ਕੋਲ ਮੇਰੀ ਸਿਫਾਰਿਸ਼ ਕਰਨ ਜਾਵੇਗਾ ਨਾ, ਭਾਈ ਤਾਰੂ ਸਿੰਘ ਦੇ ਉਹਦੇ ਉੱਤੇ ਵੀ ਕਰੋਪੀ ਆ ਜਾਵੇਗੀ। ਇਸ ਕਰਕੇ ਕੋਈ ਵੀ ਭਾਈ ਤਾਰੂ ਸਿੰਘ ਜੀ ਦੇ ਅੱਗੇ ਨਵਾਬ ਦੀ ਸਿਫਾਰਿਸ਼ ਨਹੀਂ ਕਰ ਸਕਦਾ। ਚੌਪਈ ਜਿਮ ਜਿਮ ਸ਼ਹੀਦ ਜੋ ਸੋਟੋ ਲਾਵੈ। ਹੁਣ ਇਧਰੋਂ ਭਾਈ ਤਾਰੂ ਸਿੰਘ ਜੀ ਉਹ ਨਵਾਬ ਦੀ ਇੱਕ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਤੇ ਖਾਲਸਾ ਜੀ ਇਧਰੋਂ ਜਿਹੜਾ ਨਵਾਬ ਹੈ ਉਹ ਆਪਣੇ ਵਧੀਆ ਵਧੀਆ ਪਲੰਘਿਆਂ ਤੇ ਬੈਠਾ ਤੇ ਕਹਿੰਦਰੋਂ ਇਧਰੋਂ ਗੁਰੂ ਕੀ ਸ਼ਹੀਦੀ ਫੌਜਾਂ ਦੇ ਪਹਿਰੇ ਲੱਗੇ। ਨਵਾਬ ਜਦੋਂ ਰਾਤ ਹੋਵੇ ਤੇ ਰਾਤ ਨੂੰ ਨਵਾਬ ਨੂੰ ਅੱਖਾਂ ਦੇ ਸਾਹਮਣੇ ਸ਼ਹੀਦ ਸਿੰਘ ਹੀ ਨਜ਼ਰ ਆਉਣ। ਸ਼ਹੀਦਾਂ ਨੇ ਹੱਥਾਂ ਦੇ ਵਿੱਚ ਮੋٹے-ਮੋٹے ਸਲੋਤਰ ਪਕੜੇ ਤੇ ਜਦੋਂ ਨਵਾਬ
ਦੀਆਂ ਅੱਖਾਂ ਬੰਦ ਹੋਣ, ਸ਼ਹੀਦ ਸਿੰਘ ਕਦੇ ਗਿੱਟਿਆਂ ਤੇ ਮਾਰਨ, ਕਦੇ ਗੋਡਿਆਂ ਤੇ ਮਾਰਨ। ਕਹਿੰਦੇ ਜਿਹੜਾ ਨਵਾਬ ਸਿੱਖਾਂ ਨੂੰ ਤਸੀਹੇ ਦਿੰਦਾ ਸੀ, ਅੱਜ ਜਦੋਂ ਸ਼ਹੀਦਾਂ ਦੇ ਪਹਿਰੇ ਲੱਗ ਗਏ, ਉਹੀ ਨਵਾਬ ਹੁਣ ਤਰਲੇ ਲੈਂਦਾ ਹੈ। ਤਿਉ ਤਿਉ ਨਵਾਬ ਗਸ਼ਿਆ ਪੈ ਜਾਵੇ। ਜਿਵੇਂ ਜਿਵੇਂ ਕਹਿੰਦੇ ਨਵਾਬ ਨੂੰ ਸ਼ਹੀਦ ਸਿੰਘ ਡਰਾਉਂਦੇ, ਨਵਾਬ ਨੂੰ ਤਿਉਂ ਤਿਉਂ ਗਾਸ਼ੀ ਪਈ ਜਾਂਦਾ। ਜਿਮ ਜਿਮ ਸ਼ਹੀਦ ਉਸ ਦੇਵੈ ਤਰਾਸ। ਕਹਿੰਦੇ ਹੁਣ ਸ਼ਹੀਦ ਗੁਰੂ ਕੇ ਸਿੱਖ ਵੀ ਆ ਕੇ ਨਵਾਬ ਨੂੰ ਦੱਸਦੇ ਕਿ ਨਵਾਬਾ, ਤੈਨੂੰ ਸਖੈਲੀ ਮੌਤ ਨਹੀਂ ਮਾਰਦੇ, ਚੇਤੇ ਕਰ ਤੂੰ ਇਸੇ ਧਰਤੀ ਤੇ ਭਾਈ ਮਹਿਤਾਬ ਸਿੰਘ ਨੂੰ ਚਰਖੜੀ ਤੇ ਚਾੜਿਆ, ਚੇਤੇ ਕਰ ਤੂੰ ਇਸੇ ਧਰਤੀ ਤੇ ਬਸੰਤ ਪੰਚਮੀ ਵਾਲੇ ਦਿਨ ਹਕੀਕਤ ਰਾਏ ਨੂੰ ਸ਼ਹੀਦ ਕੀਤਾ, ਤੂੰ ਛੋਟੇ ਛੋਟੇ ਬੱਚਿਆਂ ਦੇ ਟੋਟੇ ਕੀਤੇ। ਨਵਾਬਾ ਤੂੰ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ, ਹੁਣ ਤੈਨੂੰ ਛੱਡਾਂਗੇ ਨਹੀਂ। ਨਵਾਬ ਹੈ ਆਵੈ ਔਖੇ ਸਾਸ। ਕਹਿੰਦੇ ਜਦੋਂ ਸ਼ਹੀਦ ਸਿੰਘ ਇਸ ਤਰ੍ਹਾਂ ਆ ਕੇ ਪੂਰੇ ਵੀਰ ਰਸ ਵਿੱਚ ਬਚਨ ਕਰਦੇ, ਨਵਾਬ ਦੇ ਸਾਹ ਹੋਰ ਵੀ ਔਖੇ ਹੋਈ ਜਾਂਦੇ, ਹੋਰ ਵੀ ਆਪ ਦੀ ਆਤਮਾ ਤਾਈਂ ਕੰਬੀ ਜਾਂਦਾ ਹੈ। ਤਬ ਨਵਾਬ ਕੈ ਯਹ ਜਿය ਆਈ। ਉਦੋਂ ਫਿਰ ਨਵਾਬ ਖਾਨ ਬਹਾਦਰ ਮਨ ਵਿੱਚ ਸੋਚਦਾ ਹੈ, ਕਰੈ ਨ ਕਰੈ ਅਬ ਖਾਲਸੋ ਸਹਾਈ। ਕਿ ਹੁਣ ਖਾਲਸੇ ਅੱਗੇ ਅਰਦਾਸ ਕਰਾਉਣਾ, ਗੁਰੂ ਕੇ 5 ਸਿੰਘਾਂ ਅੱਗੇ ਜਾ ਕਰਕੇ ਬੇਨਤੀ ਕਰਦਾ। ਸੁਬੇਗ ਸਿੰਘ ਛੱਡ ਪਾਸ ਬੁਲਾਇਆ। ਉਦੋਂ ਫਿਰ ਨਵਾਬ ਖਾਨ ਬਹਾਦਰ ਨੇ ਭਾਈ ਸਾਹਿਬ ਭਾਈ ਸੁਬੇਗ ਸਿੰਘ ਜੀ ਨੂੰ ਆਪਣੇ ਕੋਲ ਬੁਲਾਇਆ, ਹਾਲ ਆਪਣੋ ਉਸੈ ਸੁਨਾਇਆ। ਤੇ ਭਾਈ ਸੁਬੇਗ ਸਿੰਘ ਨੂੰ ਸਾਰਾ ਹਾਲ ਦੱਸਿਆ ਕਿ ਭਾਈ ਸੁਬੇਗ ਸਿੰਘ ਜੀ, ਮੈਂ ਬਹੁਤ ਤਕਲੀਫ ਵਿੱਚ ਹਾਂ, ਮੈਂ ਤੜਫ ਰਿਹਾ ਹਾਂ, ਮੈਨੂੰ ਬਚਾ ਲਓ। ਕਹਿਓ ਸ਼ਹੀਦ ਮੁਝ ਛੱਡਤ ਨਾਹੀ। ਭਾਈ ਸੁਬੇਗ ਸਿੰਘ ਜੀ, ਤੁਹਾਡੇ ਗੁਰੂ ਦੇ ਸ਼ਹੀਦ ਮੈਨੂੰ ਛੱਡਦੇ ਨਹੀਂ, ਮੈਨੂੰ ਆ ਕਰਕੇ ਚੰਗੀ ਤਰ੍ਹਾਂ ਡਰਾਉਂਦੇ ਨੇ, ਮੇਰੀ ਰੂਹ ਅੰਦਰ ਤਾਈਂ ਕੰਬ ਰਹੀ ਹੈ, ਮੈਨੂੰ ਆਪਣੇ ਸ਼ਹੀਦਾਂ ਦੀ ਕਰੋਪੀ ਤੋਂ ਬਚਾ ਲਓ। ਪੀਰ ਪੈਗੰਬਰਾਂ ਰਹਿਓ ਧਿਆਈ। ਤੇ ਤੁਹਾਡੇ ਸ਼ਹੀਦਾਂ ਦੇ ਅੱਗੇ ਮੇਰੇ ਸਾਰੇ ਦੇ ਸਾਰੇ ਪੀਰ ਪੈਗੰਬਰ ਫੇਲ ਹੋ ਗਏ, ਕਿਸੇ ਵੀ ਪੀਰ ਪੈਗੰਬਰ ਦੀ ਤੁਹਾਡੇ ਸ਼ਹੀਦਾਂ ਅੱਗੇ ਨਹੀਂ ਚੱਲੀ, ਮੈਨੂੰ ਆਪ ਦੇ ਸ਼ਹੀਦਾਂ ਦੀ ਕਰੋਪੀ ਤੋਂ ਬਚਾ ਲਓ। ਪੀਰ ਪੈਗੰਬਰ ਆਵੈ ਪਾਸ। ਜੇ ਪੀਰ ਪੈਗੰਬਰ ਕੋਈ ਬਚਾਉਣ ਵਾਸਤੇ ਕੋਲ ਵੀ ਆਉਂਦਾ ਹੈ, ਦੌੜ ਸ਼ਹੀਦ ਕਰੈ ਉਨ ਨਾਸ਼। ਤੇ ਸ਼ਹੀਦਾਂ ਨੂੰ ਵੇਖਦਿਆਂ ਹੀ ਵੱਡੇ ਵੱਡੇ ਚੌਂਕੀਆਂ ਭਰਨ ਵਾਲੇ ਪੀਰ ਫਕੀਰ ਭੱਜਦੇ ਹੀ ਨਜ਼ਰ ਆਉਂਦੇ, ਕਿਉਂਕਿ ਉਹਨਾਂ ਨੂੰ ਮੇਰੇ ਆਲੇ ਦੁਆਲੇ ਗੁਰੂ ਕੇ ਸ਼ਹੀਦੀ ਫੌਜਾਂ ਨਜ਼ਰ ਆਉਂਦੀਆਂ। ਖਾਲਸਾ ਜੀ ਜਦੋਂ ਨਵਾਬ ਤਕਲੀਫ ਵਿੱਚ ਸੀ ਨਾ, ਕਾਜ਼ੀਆਂ ਨੂੰ, ਮੁੱਲਿਆਂ ਨੂੰ, ਪੈਗੰਬਰਾਂ ਨੂੰ ਬੁਲਾਉਂਦਾ ਹੈ ਕਿ ਆ ਕੇ ਕਾਲੇ ਇਲਮ ਪੜੋ, ਕਲਮਾ ਪੜੋ, ਮੇਰਾ ਦੁੱਖ ਦੂਰ ਕਰ ਦਿਓ। ਕਹਿੰਦੇ ਜਦੋਂ ਆ ਕੇ ਕਾਜ਼ੀ, ਮੁੱਲੇ ਜਾਂ ਪੈਗੰਬਰ ਕਲਮਾ ਪੜਦੇ, ਅੱਗੋਂ 6-6 7-7 ਫੁੱਟ ਲੰਬੇ ਗੁਰੂ ਕੇ ਸ਼ਹੀਦ ਸਿੰਘ ਨਜ਼ਰ ਆਉਂਦੇ। ਤੇ ਜਦੋਂ ਸ਼ਹੀਦ ਸਿੰਘ ਨਜ਼ਰ ਆਉਂਦੇ ਤੇ ਜਿਹੜੇ ਬੜੇ ਮਾਣ ਨਾਲ ਆਉਂਦੇ ਸੀ, ਉਹ ਭੱਜਦੇ ਹੀ ਨਜ਼ਰ ਆਉਂਦੇ। ਫਿਰ ਇਸ ਤਰ੍ਹਾਂ ਹੁਣ ਨਵਾਬ ਕਹਿੰਦਾ ਕਿ ਮੈਨੂੰ ਬਚਾ ਲਓ, ਕਿਉਂਕਿ ਵੱਡੇ ਵੱਡੇ ਪੈਗੰਬਰ ਵੀ ਤੁਹਾਡੇ ਸ਼ਹੀਦਾਂ ਨੇ ਭਜਾ ਦਿੱਤੇ। ਅਬ ਤੇ ਆਸ ਹਮ ਸਿੰਘਨ ਰਹੀ। ਇਸ ਕਰਕੇ ਹੁਣ ਮੈਨੂੰ ਕੇਵਲ ਤੇ ਕੇਵਲ ਗੁਰੂ ਕੇ ਸਿੰਘਾਂ ਦੀ ਆਸ ਹੈ। ਮਾਰੇ ਰਾਖੇ ਖਾਲਸੋ ਸੋਹੀ। ਹੁਣ ਤੇ ਖਾਲਸਾ ਹੀ ਹੈ, ਉਹ ਭਾਵੇਂ ਮੈਨੂੰ ਮਾਰ ਲਵੇ ਤੇ ਭਾਵੇਂ ਮੈਨੂੰ ਰੱਖ ਲਵੇ। ਜਿਹੜਾ ਨਵਾਬ ਖਾਲਸੇ ਨੂੰ ਮਾਰਨਾ ਚਾਹੁੰਦਾ ਸੀ, ਉਹ ਨਵਾਬ ਹੁਣ ਖਾਲਸੇ ਅੱਗੇ ਤਰਲੇ ਲੈ ਰਿਹਾ ਹੈ। ਸੁਬੇਗ ਸਿੰਘ ਤਬ ਸੀਸ ਹਿਲਾਇਆ। ਹੁਣ ਕਹਿੰਦੇ ਭਾਈ ਸੁਬੇਗ ਸਿੰਘ ਜੀ ਵੀ ਉਹਦੀ ਗੱਲ ਸੁਣਦੇ, ਨਾਲ ਨਾਲ ਸਿਰ ਹਿਲਾ ਕੇ ਉਹਦੀ ਗੱਲ ਦਾ ਜਵਾਬ ਦਿੰਦੇ। ਸੰਤ ਸਰਾਪ ਨਾ ਜਾਤ ਮਿਟਾਇਆ। ਭਾਈ ਸੁਬੇਗ ਸਿੰਘ ਜੀ ਸੋਚਦੇ ਵੀ ਸੰਤ ਦਾ ਦਿੱਤਾ ਸ਼ਰਾਪ ਨਹੀਂ ਕੋਈ ਮਿਟਾ ਸਕਦਾ। ਜਿਹਦੇ ਉੱਤੇ ਰੱਬ ਦੇ ਪਿਆਰੇ ਦੀ ਕਰੋਪੀ ਆ ਜਾਵੇ, ਉਹਨੂੰ ਦੁਨੀਆ ਤੇ ਕੋਈ ਬਚਾ ਨਹੀਂ ਸਕਦਾ। ਬਹੁਤ ਖੌਫ ਤਿੰਨ ਮਨ ਮੈਂ ਖਾਇਆ। ਖਾਲਸਾ ਜੀ, ਭਾਈ ਸੁਬੇਗ ਸਿੰਘ ਜੀ ਵੀ ਇੱਕ ਵਾਰ ਮਨ ਵਿੱਚ ਭੈ ਪੀਤ ਹੋਏ ਕਿ ਜੇ ਇਸ ਜ਼ੁਲਮੀ ਨਵਾਬ ਦੀ ਜਾ ਕੇ ਸਿਫਾਰਿਸ਼ ਕੀਤੀ ਹੋਵੇ ਨਾ ਕਿਤੇ ਭਾਈ ਤਾਰੂ ਸਿੰਘ ਜੀ ਦੀ ਕਰੋਪੀ ਮੇਰੇ ਤੇ ਵੀ ਆ ਜਾਵੇ। ਸੁੱਤੋ ਸ਼ੇਰ ਨਾ ਚਾਹੀਏ ਜਗਾਇਆ। ਕਿਉਂਕਿ ਸੁੱਤੇ ਹੋਏ ਸ਼ੇਰ ਨੂੰ ਜਗਾਉਣਾ ਨਹੀਂ ਚਾਹੀਦਾ। ਤੇ ਜੋ ਭਾਈ ਤਾਰੂ ਸਿੰਘ ਨੇ ਬਚਨ ਕੀਤਾ, ਸਾਧ ਬਚਨ ਅਟਲਾਦਾ, ਉਸ ਬਚਨ ਦੇ ਵਿੱਚ ਜਾ ਕਰਕੇ ਵਿਘਨ ਨਹੀਂ ਪਾਉਣਾ ਚਾਹੀਦਾ। ਮਤ ਹਮ ਪਰ ਕਛ ਕਰਦਾ ਵਾਕ। ਇਹ ਨਾ ਹੋਵੇ ਕਿਤੇ ਭਾਈ ਤਾਰੂ ਸਿੰਘ ਜੀ ਮੇਰੀ ਸਿਫਾਰਿਸ਼ ਸੁਣ ਕੇ ਕਿਤੇ ਮੇਰੇ ਬਾਰੇ ਵੀ ਕੋਈ ਵਾਕ ਕੱਢ ਦੇਣ। ਹੋਵੇ ਖੁਆਰ ਸੋ ਪੀੜੀ ਲਾਕ। ਕਿਉਂਕਿ ਜੇ ਗੁਰੂ ਕੇ ਸ਼ਹੀਦਾਂ ਦਾ ਕੋਈ ਬਚਨ ਹੋ ਗਿਆ ਤੇ ਮੇਰੀਆਂ ਆਉਣ ਵਾਲੀਆਂ ਕਈ ਨਸਲਾਂ ਬਰਬਾਦ ਹੋ ਜਾਣਗੀਆਂ।
ਖਾਲਸਾ ਜੀ ਇਸ ਕਰਕੇ ਬੇਨਤੀ ਕਰਦਾ ਵੀ ਜੋ ਸ਼ਹੀਦਾਂ ਨੇ ਸਾਡੇ ਵਾਸਤੇ ਖੋਪੜ ਉਤਰਵਾਏ ਨੇ, ਬੰਦ ਕਟਵਾਏ ਨੇ, ਜਿਹੜੇ ਗੁਰੂ ਕੇ ਸ਼ਹੀਦ ਸਾਡੇ ਵਾਸਤੇ ਚਰਖੜੀਆਂ ਤੇ ਚੜ ਗਏ, ਉਹਨਾਂ ਨੇ ਕੇਵਲ ਤੇ ਕੇਵਲ ਇਹ ਕਿਹਾ ਸੀ ਕਿ ਸਾਡੇ ਆਉਣ ਵਾਲੇ ਵਾਰਸੋ ਕਦੇ ਵੀ ਗੁਰੂ ਦੀ ਦੱਸੀ ਰਹਿਤ ਤੋਂ ਦੂਰ ਨਾ ਹੋਇਓ, ਕਦੇ ਕੇਸ ਕਤਲ ਨਾ ਕਰਵਾਇਓ, ਕਦੇ ਖੰਡੇ ਬਾਟੇ ਦੀ ਪਹੁਲ ਤੋਂ ਦੂਰ ਨਾ ਹੋਇਓ, ਗੁਰੂ ਕੀ ਬਾਣੀ ਤੋਂ ਦੂਰ ਨਾ ਹੋਇਓ। ਪਰ ਖਾਲਸਾ ਜੀ ਜੇ ਅੱਜ ਗੁਰੂ ਕੀ ਦੱਸੀ ਰਹਿਤ ਤੋਂ ਦੂਰ ਹੋ ਗਏ ਤੇ ਗੁਰੂ ਕੀ ਬਾਣੀ ਤੋਂ ਦੂਰ ਹੋ ਗਏ, ਫਿਰ ਮੈਂ ਬੇਨਤੀ ਕਰਾਂ ਸਤਿਗੁਰੂ ਤੇ ਭਾਵੇਂ ਕੁਝ ਨਾ ਕਹਿਣ, ਪਰ ਸਤਿਗੁਰੂ ਦੀ ਸ਼ਹੀਦੀ ਫੌਜਾਂ ਆ ਕੇ ਹਿਸਾਬ ਕਿਤਾਬ ਜ਼ਰੂਰ ਕਰਨਗੀਆਂ। ਇਸ ਕਰਕੇ ਅਰਦਾਸ ਕਰਨੀ ਚਾਹੀਦੀ ਹੈ ਸ਼ਹੀਦਾਂ ਅੱਗੇ ਵੀ ਸਾਨੂੰ ਵੀ ਰਹਿਤ ਤੇ ਚੱਲਣ ਦਾ ਬਲ ਬਖਸ਼ੋ, ਸਾਨੂੰ ਵੀ ਅੰਮ੍ਰਿਤ ਵੇਲੇ ਦੇ ਅਭਿਆਸੀ ਬਣਾਓ। ਸ਼ਹੀਦਾਂ ਦੇ ਪਹਿਰੇ ਸਦਾ ਹੀ ਗੁਰੂ ਦਰਬਾਰਾਂ ਦੇ ਵਿੱਚ ਲੱਗੇ ਰਹਿੰਦੇ। ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਨਾ, ਉੱਥੇ ਖਾਲਸਾ ਜੀ ਸਾਰੇ ਦੇ ਸਾਰੇ ਸ਼ਹੀਦ ਸਿੰਘ ਹਾਜ਼ਰ ਹੀ ਹੁੰਦੇ ਨੇ। ਸਤਿ ਸ੍ਰੀ ਅਕਾਲ। ਸੋ ਜਿੱਥੇ ਵੀ ਸਤਿਗੁਰੂ ਹੋਣ ਸ਼ਹੀਦ ਕਿਤੇ ਵੱਖ ਨਹੀਂ ਹੁੰਦੇ। ਇਸ ਕਰਕੇ ਸਦਾ ਮਨ ਵਿੱਚ ਨਿਰਮਲ ਭੈ ਰੱਖ ਕੇ ਸਤਿਗੁਰੂ ਦੀ ਹਜ਼ੂਰੀ ਵਿੱਚ ਆਉਣਾ ਚਾਹੀਦਾ ਹੈ। ਭਾਵੇਂ ਅੱਖਾਂ ਨਾਲ ਨਾ ਦਿਸਦੇ ਹੋਣ, ਪਰ ਇੱਥੇ ਸਾਰੇ ਸ਼ਹੀਦ ਹਾਜ਼ਰ ਹੁੰਦੇ ਜਦੋਂ ਸ਼ਹੀਦਾਂ ਦੀਆਂ ਕਥਾ ਕਹਾਣੀਆਂ ਚੱਲਦੀਆਂ ਹੋਣ। ਸੋ ਖਾਲਸਾ ਜੀ ਭਾਈ ਸੁਬੇਗ ਸਿੰਘ ਸੋਚਦੇ ਕਿ ਜੇ ਭਾਈ ਤਾਰੂ ਸਿੰਘ ਕੋਲ ਜਾ ਕਰਕੇ ਕਿਤੇ ਸਿਫਾਰਿਸ਼ ਕੀਤੀ ਹੋਵੇ ਨਾ, ਕਿਤੇ ਭਾਈ ਤਾਰੂ ਸਿੰਘ ਮੇਰੇ ਬਾਰੇ ਕੋਈ ਬਚਨ ਕਰ ਦੇਣ, ਤੇ ਜੇ ਇੱਕ ਵੀ ਵਾਕ ਨਿਕਲ ਗਿਆ ਤੇ ਆਉਣ ਵਾਲੀਆਂ ਕਈ ਕੁਲਾਂ ਕਈ ਨਸਲਾਂ ਨਾਸ ਹੋ ਜਾਣਗੀਆਂ। ਦੋਹਰਾ ਸੁਬੇਗ ਸਿੰਘ ਚੁੱਪ ਹੋ ਰਹਿਓ, ਫੁਰੈ ਨਕਾਈ ਬਾਤ। ਹੁਣ ਨਵਾਬ ਦੀ ਗੱਲ ਸੁਣ ਕੇ ਭਾਈ ਸਾਹਿਬ ਭਾਈ ਸੁਬੇਗ ਸਿੰਘ ਜੀ ਚੁੱਪ ਰਹੇ ਤੇ ਕੋਈ ਵੀ ਜਵਾਬ ਨਾ ਦਿੱਤਾ। ਨਵਾਬ ਤਬੈ ਲਾਵਨ ਲੱਗੋ, ਸੁਬੇਗ ਸਿੰਘ ਪਗ ਹਾਥ। ਜਦੋਂ ਭਾਈ ਸੁਬੇਗ ਸਿੰਘ ਖਾਮੋਸ਼ ਰਹੇ, ਨਵਾਬ ਉੱਠਿਆ ਤੜਪਦਾ ਤੜਪਦਾ। ਖਾਲਸਾ ਜੀ ਆਸਰਾ ਲੈਂਦਾ ਲੈਂਦਾ ਭਾਈ ਸੁਬੇਗ ਸਿੰਘ ਦੇ ਚਰਨਾਂ ਤੇ ਜਾ ਟੱਠਾ। ਭਾਈ ਸੁਬੇਗ ਸਿੰਘ ਨੂੰ ਕਹਿੰਦਾ ਅੱਜ ਮੈਂ ਤੇਰੇ ਚਰਨਾਂ ਤੇ ਟੱਠਾ, ਹੁਣ ਕਿਰਪਾ ਕਰ ਮੈਨੂੰ ਭਾਈ ਤਾਰੂ ਸਿੰਘ ਤੋਂ ਬਖਸ਼ਵਾ ਦੇ। ਚੌਪਈ ਸੁਬੇਗ ਸਿੰਘ ਜੀਐ ਯਹ ਆਈ। ਕਹਿੰਦੇ ਉਦੋਂ ਫਿਰ ਭਾਈ ਸੁਬੇਗ ਸਿੰਘ ਦੇ ਮਨ ਵਿੱਚ ਇੱਕ ਵਿਚਾਰ ਆਈ। ਨਵਾਬ ਕਹਿਓ ਤਿਮ ਕਹਿਰੋ ਜਾਈ। ਕਿ ਜੋ ਵੀ ਨਵਾਬ ਨੇ ਮੈਨੂੰ ਕਿਹਾ ਮੈਂ ਉਸੇ ਤਰ੍ਹਾਂ ਜਾ ਕੇ ਇੱਕ ਵਾਰ ਕਹਿ ਦੇਣਾ। ਨਵਾਬ ਕਹਿਓ ਮੁਝ ਕਰਨੋ ਸਲਾਮ। ਕਿ ਨਵਾਬ ਨੇ ਕਿਹਾ ਭਾਈ ਤਾਰੂ ਸਿੰਘ ਨੂੰ ਜਾ ਕੇ ਮੇਰੇ ਵੱਲੋਂ ਸਲਾਮ ਕਹਿ। ਇੰਨੀ ਤਕਲੀਫ ਵਿੱਚ ਵੀ ਸੀ ਕਿ ਉਹ ਆਪਣੇ ਕਮਰੇ ਤੋਂ ਵੀ ਬਾਹਰ ਨਹੀਂ ਸੀ ਜਾ ਸਕਦਾ, ਇੰਨੀ ਤਕਲੀਫ ਵਿੱਚ ਸੀ ਨਵਾਬ। ਇਸ ਕਰਕੇ ਭਾਈ ਸੁਬੇਗ ਸਿੰਘ ਜੀ ਨੂੰ ਕਹਿ ਰਿਹਾ ਤੇ ਭਾਈ ਸੁਬੇਗ ਸਿੰਘ ਕਹਿੰਦੇ ਜੋ ਨਵਾਬ ਨੇ ਕਿਹਾ ਮੈਂ ਇੱਕ ਵਾਰ ਜਾ ਕੇ ਭਾਈ ਤਾਰੂ ਸਿੰਘ ਜੀ ਨੂੰ ਬੇਨਤੀ ਕਰ ਲੈਣਾ। ਬਖਸ਼ੋ ਮੋਹ ਅਬ ਦੇਹੋ ਆਰਾਮ। ਕਿ ਇਹਨੂੰ ਬਖਸ਼ ਦਿਓ, ਜੇ ਨਵਾਬ ਤਰਲੇ ਲੈਂਦਾ ਇਹਨੂੰ ਬਖਸ਼ ਕੇ ਥੋੜਾ ਆਰਾਮ ਦੇ ਦਿਓ। ਮੁਝ ਖਾਤਰ ਹੱਥ ਕਦਮੀ ਲਾਇਓ। ਖਾਲਸਾ ਜੀ ਨਵਾਬ ਚਰਨਾਂ ਤੇ ਢਹਿ ਰਿਹਾ ਗੁਰੂ ਕਿਆਂ ਸਿੱਖਾਂ ਤੇ। ਭਾਈ ਸੁਬੇਗ ਸਿੰਘ ਕਹਿੰਦੇ ਮੈਂ ਇਸੇ ਤਰ੍ਹਾਂ ਜਾ ਕੇ ਦੱਸ ਦਿਆਂਗਾ। ਜੋ ਚਾਹੋ ਸੋ ਕਰਾਰ ਬੰਦਾਇਓ। ਤੇ ਨਵਾਬ ਨੇ ਵੀ ਕਿਹਾ ਭਾਈ ਸੁਬੇਗ ਸਿੰਘ ਨੂੰ ਕਿ ਇੱਕ ਵਾਰ ਤਕਲੀਫ ਤੋਂ ਬਚਾ ਲਓ, ਜੋ ਵੀ ਕਹੋਗੇ ਜਿਹੜੀ ਜਗੀਰ ਕਹੋਗੇ ਮੈਂ ਤੁਹਾਡੇ ਨਾਲ ਲਵਾ ਦਿਆਂਗਾ। ਫੇਰ ਸਿੰਘਨ ਕੋ ਮਨ ਨਹੀਂ ਮਾਰੋ। ਤੇ ਦੁਬਾਰਾ ਕਦੇ ਵੀ ਗੁਰੂ ਕੇ ਸਿੰਘਾਂ ਉੱਤੇ ਜ਼ੁਲਮ ਨਹੀਂ ਕਰਾਂਗਾ। ਜੇ ਰਾਖੋ ਤੁਮ ਸਾਸ ਹਮਾਰੋ। ਇਸ ਕਰਕੇ ਕਿਰਪਾ ਕਰੋ ਗੁਰੂ ਕਿਉ ਸਿੱਖੋ ਮੇਰੇ ਸਵਾਸ ਰੱਖ ਲਓ। ਜੇ ਤਮ ਹਮ ਕੋ ਬਖਸ਼ੋ ਨਾਹੀ। ਤੇ ਜੇ ਤੁਸੀਂ ਮੈਨੂੰ ਨਾ ਬਖਸ਼ਿਆ ਮੇਰੀ ਜ਼ਿੰਦਗੀ ਨਾ ਬਚਾਈ ਤੋ ਸਾਸ ਹਮਾਰਾ ਦੁੱਖ ਸੋ ਜਾਈ। ਤੇ ਮੈਂ ਮਰਨਾ ਵੀ ਨਹੀਂ ਬਲਕਿ ਤੜਪਦਾ ਰਵਾਂਗਾ ਤੇ ਮੌਤ ਤੋਂ ਵੱਧ ਮੈਂ ਤਕਲੀਫ ਵਿੱਚ ਇਸ ਵਕਤ ਆ। ਇਸ ਕਰਕੇ ਮੈਨੂੰ ਬਚਾ ਲਓ। ਕਿੰਨੀ ਕਿ ਤਕਲੀਫ ਵਿੱਚ ਨਵਾਬ ਹੋਵੇਗਾ ਜਿਹੜਾ ਕਿ ਭਾਈ ਤਾਰੂ ਸਿੰਘ ਨੂੰ ਕਹੋ ਮੈਨੂੰ ਇੱਕ ਵਾਰ ਚ ਮਾਰ ਦਵੇ ਪਰ ਇਸ ਤਰ੍ਹਾਂ ਤੜਪਾਵੇ ਨਾ। ਮਰੋ ਸਹੀ ਪਰ ਛੁਟੇ ਪਿਸ਼ਾਬ। ਮੈਨੂੰ ਮਾਰ ਦੋ ਪਰ ਜਿਹੜਾ ਬੰਨ ਪਿਆ ਪਿਸ਼ਾਬ ਦਾ ਇਹ ਛੁੱਟ ਜਾਵੇ ਤੇ ਜੋ ਮੇਰਾ ਸਰੀਰ ਤੜਪ ਰਿਹਾ ਅੰਦਰ ਤਾਈਂ ਇਹ ਠੀਕ ਹੋ ਜਾਵੇ। ਜਾਵੇ ਜਿੰਦ ਪਰ ਬਿਨਾ ਅਜ਼ਾਬ। ਮੈਂ ਮਰ ਜਾਵਾਂ ਮੈਨੂੰ ਮਰਨਾ ਮਨਜ਼ੂਰ ਹੈ ਪਰ ਇਸ ਤਾਂ ਤੜਪ ਕੇ ਰਹਿਣਾ ਮਨਜ਼ੂਰ ਨਹੀਂ। ਦੋਹਰਾ
ਨਵਾਬ ਕਹੀ ਸੋ ਸਭ ਰਹੀ, ਸੁਬੇਗ ਸਿੰਘ ਨੇ ਜਾਏ। ਹੁਣ ਜੋ ਨਵਾਬ ਖਾਨ ਬਹਾਦਰ ਨੇ ਕਿਹਾ ਸੀ, ਭਾਈ ਸੁਬੇਗ ਸਿੰਘ ਨੇ ਜਾ ਕੇ ਸਾਰਾ ਕੁਝ ਭਾਈ ਤਾਰੂ ਸਿੰਘ ਜੀ ਨੂੰ ਦੱਸ ਦਿੱਤਾ। ਆਗਿਓ ਤਾਰੂ ਸਿੰਘ ਕਹੀ, ਫਰਮਾਇਸ਼ ਦੁਸ਼ਤਨ ਲਹਾਏ। ਤੇ ਭਾਈ ਤਾਰੂ ਸਿੰਘ ਜੀ ਨਿਗਾਹ ਭਰ ਕੇ ਵੇਖਦੇ ਤੇ ਭਾਈ ਸੁਬੇਗ ਸਿੰਘ ਨੂੰ ਕਹਿੰਦੇ, ਸੁਬੇਗ ਸਿਆਂ, ਤੈਨੂੰ ਪਤਾ ਨਹੀਂ ਤੂੰ ਦੁਸ਼ਟਾਂ ਦੀ ਫਰਮਾਇਸ਼ ਕਰਨ ਆਇਆ, ਤੂੰ ਦੁਸ਼ਟਾਂ ਦੀ ਸਿਫਾਰਿਸ਼ ਲੈ ਕੇ ਆਇਆ। ਇਸ ਦੁਸ਼ਟ ਨੇ ਸਾਡੇ ਨਿੱਕੇ ਨਿੱਕੇ ਬੱਚਿਆਂ ਦੇ ਟੋਟੇ ਕੀਤੇ ਆ, ਤੂੰ ਉਸ ਦੁਸ਼ਟ ਦੀ ਸਿਫਾਰਿਸ਼ ਲੈ ਕੇ ਮੇਰੇ ਕੋਲ ਕਿਵੇਂ ਆ ਗਿਆ? ਚੌਪਈ ਜੋ ਸਿੱਖ ਯਮ ਪੈ ਸਿੱਖ ਕਮ ਆਵੈ। ਭਾਈ ਤਾਰੂ ਸਿੰਘ ਕਹਿੰਦੇ, ਸੁਬੇਗ ਸਿਆਂ, ਜੇ ਕੋਈ ਗੁਰੂ ਕਾ ਸਿੱਖ ਮੇਰੇ ਕੋਲ ਆਵੇ ਕਿਸੇ ਗੁਰੂ ਕੇ ਸਿੱਖ ਵਾਸਤੇ ਤੇ ਮੈਨੂੰ ਆ ਕੇ ਕਵੇ ਕਿ ਉਸ ਗੁਰੂ ਕੇ ਸਿੱਖ ਦਾ ਇਹ ਕਾਰਜ ਕਰ ਦਵੋ, ਹਮਰੇ ਝਾਮ ਕੀ ਪਨਹੀ ਬਣਾਵੈ। ਤਾਂ ਭਾਵੇਂ ਇੱਕ ਸਿੱਖ ਵਾਸਤੇ ਮੇਰੇ ਚਮੜੇ ਦੀ ਜੁੱਤੀ ਬਣਾ ਲਵੋ, ਮੈਂ ਸਿੱਖਾਂ ਦੇ ਵਾਸਤੇ ਆਪਣੇ ਚਮੜੇ ਦੀ ਜੁੱਤੀ ਬਣਵਾਉਣੀ ਤਿਆਰ ਕਰ ਲਵਾਂਗਾ, ਪਰ ਐਸੇ ਪਾਪੀ ਨੂੰ ਕਦੇ ਨਹੀਂ ਬਖਸ਼ਾਂਗਾ। ਸਿੱਖ ਕਾਰਨ ਪਗ ਧਰੈ ਜੋ ਧਰਨ, ਸਿੱਖਾਂ ਦੇ ਵਾਸਤੇ ਮੈਂ ਉਹਨਾਂ ਦੇ ਚਰਨਾਂ ਤੇ ਆਪਣਾ ਸਿਰ ਵੀ ਧਰ ਦਿਆਂਗਾ, ਹਮ ਧਾਰੈ ਸਿਰ ਉਸ ਕੋ ਚਰਨ। ਪਰ ਐਸੇ ਪਾਪੀਆਂ ਨੂੰ ਕਦੇ ਨਹੀਂ ਬਖਸ਼ਾਂਗਾ। ਪਰ ਜੇ ਭਾਈ ਸੁਬੇਗ ਸਿਆਂ ਤੂੰ ਕਿਸੇ ਗੁਰਸਿੱਖ ਵਾਸਤੇ ਆਉਂਦਾ, ਮੈਂ ਤੇਰੇ ਚਰਨਾਂ ਤੇ ਆਪਣਾ ਸਿਰ ਜ਼ਰੂਰ ਧਰਦਾ। ਨਵਾਬ ਜੋਗ ਵਗਨੀ ਵਗ ਗਈ। ਹੁਣ ਜਿਹੜਾ ਨਵਾਬ ਨੇ ਜ਼ੁਲਮ ਕੀਤਾ ਨਾ, ਉਹ ਪਾਪਾਂ ਦਾ ਘੜਾ ਭਰ ਗਿਆ ਹੈ। ਸਿਫਾਰਿਸ਼ ਦੁਸ਼ਟ ਨਾ ਚਾਹੀਅਤ ਕਹੀ, ਇਸ ਕਰਕੇ ਐਸੇ ਦੁਸ਼ਟ ਨਵਾਬ ਦੀ ਸਿਫਾਰਿਸ਼ ਕਰਨ ਮੇਰੇ ਕੋਲ ਨਾ ਆਵੋ। ਸਿੱਖ ਪਰ ਹਮਰੋ ਨਾਹੇ ਬਸਾਏ, ਸਿੱਖਾਂ ਦੇ ਉੱਤੇ ਮੇਰਾ ਵਾਹ ਨਹੀਂ। ਜੋ ਗੁਰੂ ਕੀ ਸੰਗਤ ਮੈਨੂੰ ਬਚਨ ਕਵੇਗੀ ਮੈਂ ਮੰਨਾਂਗਾ, ਪਰ ਐਸੇ ਦੁਸ਼ਟ ਨੂੰ ਕਦੇ ਨਹੀਂ ਬਖਸ਼ਾਂਗਾ ਜਿਨੇ ਛੋਟੇ ਛੋਟੇ ਬੱਚਿਆਂ ਨੂੰ, ਬੇਗੁਨਾਹਾਂ ਨੂੰ ਬਿਨਾਂ ਕਿਸੇ ਦੋਸ਼ ਤੋਂ ਕਤਲ ਕੀਤਾ ਹੈ। ਭਾਈ ਤਾਰੂ ਸਿੰਘ ਕਹਿੰਦੇ, ਮੈਂ ਗੁਰੂ ਕੀ ਸੰਗਤ ਦੇ ਚਰਨ ਝਾੜਾਂਗਾ, ਪਰ ਐਸੇ ਦੁਸ਼ਟ ਨੂੰ ਕਦੇ ਨਹੀਂ ਬਖਸ਼ਾਂਗਾ। ਔਰ ਕਰੈ ਸੰਗ ਉਸਕੇ ਜਾਏ, ਇਸ ਪਾਪੀ ਨੂੰ ਤੇ ਨਰਕਾਂ ਤਾਈ ਸੱਟ ਕੇ ਆਵਾਂਗਾ। ਸੁਬੇਗ ਸਿੰਘ ਜਾ ਦਿਓ ਜਵਾਬ, ਸੁਬੇਗ ਸਿੰਘ ਨੇ ਉਸੇ ਤਰ੍ਹਾਂ ਆ ਕੇ ਨਵਾਬ ਨੂੰ ਜਵਾਬ ਦੇ ਦਿੱਤਾ। ਬਹੁਤ ਦੁਖੀ ਅਬ ਭਇਓ ਨਵਾਬ, ਤੇ ਨਵਾਬ ਖਾਨ ਬਹਾਦਰ ਹੋਰ ਵੀ ਦੁਖੀ ਹੋ ਗਿਆ। ਜਦੋਂ ਕੋਰਾ ਜਵਾਬ ਮਿਲ ਗਿਆ ਭਾਈ ਤਾਰੂ ਸਿੰਘ ਕੋਲੋਂ, ਨਵਾਬ ਹੋਰ ਵੀ ਦੁਖੀ ਹੋ ਗਿਆ। ਜਿਉਂ ਜਿਉਂ ਘਰੈ ਹਕੀਮੀ ਲੋਗ, ਤੇ ਖਾਲਸਾ ਜੀ ਜਿਹੜੇ ਹਕੀਮ ਉਹਦੀ ਦਵਾ ਦਾਰੂ ਕਰਦੇ ਸੀ, ਆ ਕੇ ਮੰਤਰ ਪੜ੍ਹਦੇ ਸੀ। ਨਵਾਬ ਵਿਆਪੇ ਬਹੁਤ ਰੋਗ, ਉਹ ਜਿੰਨੀ ਵੱਧ ਦਵਾ ਦੇਣ, ਦਵਾਈ ਦੇਣ, ਮੰਤਰ ਪੜਨ, ਨਵਾਬ ਹੋਰ ਵੀ ਜ਼ਿਆਦਾ ਤੜਪੇ, ਹੋਰ ਵੀ ਤਕਲੀਫ ਵਿੱਚ ਆਵੇ। ਆਰਾਮ ਉਹਨੂੰ ਬਿਲਕੁਲ ਵੀ ਨਹੀਂ ਸੀ ਮਿਲ ਰਿਹਾ। ਕਰ ਨਹਿ ਸਕੈ ਨਵਾਬ ਸੋ ਚੂਪ, ਖਾਲਸਾ ਜੀ ਹੁਣ ਨਵਾਬ ਤੜਪਦਾ ਪਿਆ, ਕਿਸ ਤਰ੍ਹਾਂ ਬਚੇ ਇਹੀ ਸੋਚੀ ਜਾ ਰਿਹਾ। ਦੁੱਖ ਕਰ ਮਾਰੈ ਬੜੀ ਸੋ ਤੂ ਕੂਕ, ਤੇ ਦੁੱਖ ਦੇ ਵਿੱਚ ਅੱਧੀ ਅੱਧੀ ਰਾਤ ਨੂੰ ਆਪਣੇ ਮਹਿਲਾਂ ਦੇ ਵਿੱਚ ਉੱਚੀ ਉੱਚੀ ਚੀਕਾਂ ਮਾਰਦਾ ਕਿ ਹਾਏ ਗੁਰੂ ਕਿਉ ਸਿੱਖੋ ਮੈਨੂੰ ਬਚਾ ਲਓ। ਜਿਹੜਾ ਨਵਾਬ ਸਿੱਖਾਂ ਦੀਆਂ ਚੀਕਾਂ ਸੁਣ ਕੇ ਹੱਸਦਾ ਸੀ, ਅੱਜ ਉਹ ਨਵਾਬ ਚੀਕਾਂ ਮਾਰ ਕੇ ਕਹਿ ਰਿਹਾ ਕਿ ਗੁਰੂ ਕਿਉ ਸਿੱਖੋ ਮੈਨੂੰ ਇੱਕ ਵਾਰ ਬਖਸ਼ ਦਿਓ। ਸੁਬੇਗ ਸਿੰਘ ਸੋ ਯੋ ਫਿਰ ਕਹਾਇਓ, ਨਵਾਬ ਨੇ ਫਿਰ ਅਗਲੇ ਦਿਨ ਭਾਈ ਸੁਬੇਗ ਸਿੰਘ ਨੂੰ ਬੁਲਾ ਕੇ ਇੱਕ ਵਾਰ ਫਿਰ ਬਚਨ ਕੀਤਾ। ਮੈਂ ਅਬ ਖਾਲਸੇ ਸ਼ਰਨੀ ਆਇਓ, ਕਹਿੰਦਾ ਮੈਂ ਖਾਲਸੇ ਦੀ ਸ਼ਰਨ ਵਿੱਚ ਆਇਆ। ਦੋਹਰਾ ਤਾਰੂ ਸਿੰਘ ਸਰਾਪ ਹੋਏ, ਸਕੈ ਨ ਕਉ ਮੋਰ। ਜੋ ਭਾਈ ਤਾਰੂ ਸਿੰਘ ਨੇ ਸਰਾਪ ਦਿੱਤਾ, ਦੁਨੀਆ ਦੇ ਤਖਤੇ ਤੇ ਕੋਈ ਮੋੜ ਨਹੀਂ ਸਕਦਾ। ਜੇ ਮੋੜੈ ਤੋ ਖਾਲਸਾ ਔਰ ਨਾ ਸਕੈ ਮੋਰ, ਕੇਵਲ ਤੇ ਕੇਵਲ ਖਾਲਸਾ ਹੀ ਹੈ ਜਿਹੜਾ ਭਾਈ ਤਾਰੂ ਸਿੰਘ ਦੇ ਸ਼ਰਾਪ ਨੂੰ ਮੋੜ ਸਕਦਾ ਹੈ। ਚੌਪਈ ਜਿਸ ਜਲ ਉਪਜੈ ਸੋ ਜਲ ਮਾਰੇ, ਕਿਉਂਕਿ ਜਿਵੇਂ ਪਾਣੀ ਫਸਲ ਨੂੰ ਪੈਦਾ ਕਰਦਾ ਹੈ ਤੇ ਪਾਣੀ ਹੀ ਫਸਲ ਨੂੰ ਬਰਬਾਦ ਵੀ ਕਰ ਦਿੰਦਾ ਹੈ, ਇਸੇ ਤਰ੍ਹਾਂ ਜੇ ਗੁਰ ਕੇ ਸਿੱਖ ਨੇ ਬਚਨ ਕੀਤਾ, ਸ਼ਰਾਪ ਦਿੱਤਾ, ਤੇ ਉਹ ਗੁਰੂ ਕਾ ਸਿੱਖ ਹੀ ਇਸ ਸ਼ਰਾਪ ਤੋਂ ਬੰਦ ਖਲਾਸੀ ਕਰਾ ਸਕਦਾ ਹੈ। ਜੋ ਜਲ ਮਾਰੇ ਸੋ ਜਲ ਧਾਰੇ, ਜਿਹੜਾ ਪਾਣੀ ਮਾਰਦਾ ਉਹ ਪਾਣੀ ਤਾਰਦਾ ਵੀ ਹੈ। ਇਸ ਕਰਕੇ ਜੇ ਗੁਰਸਿੱਖ ਦੀ ਕਰੋਪੀ ਹੋਈ ਹੈ, ਮੈਂ ਗੁਰਸਿੱਖਾਂ ਦੀ ਸ਼ਰਨ ਆਇਆ,
ਹੁਣ ਬਚਾ ਵੀ ਮੈਨੂੰ ਗੁਰੂ ਕੇ ਸਿੱਖ ਹੀ ਸਕਦੇ ਨੇ। ਜੋ ਖਾਲਸੋ ਮਾਰਨ ਵਾਰ, ਜੇ ਖਾਲਸਾ ਚਾਵੇ ਭਾਵੇਂ ਮੈਨੂੰ ਇੱਕ ਵਾਰ ਵਿੱਚ ਮਾਰ ਦੇਵੇ, ਪਰ ਮੈਨੂੰ ਇਸ ਤਰ੍ਹਾਂ ਤਕਲੀਫ ਵਿੱਚ ਨਾ ਰੱਖੇ। ਖਾਲਸੋ ਚਾਹੈ ਤੋ ਕਰੈ ਨਿਹਾਲ, ਕਿਉਂਕਿ ਜੇ ਖਾਲਸਾ ਚਾਵੇ ਤੇ ਮੁਰਦਿਆਂ ਨੂੰ ਵੀ ਨਿਹਾਲ ਕਰ ਸਕਦਾ ਹੈ। ਤਤ ਖਾਲਸੋ ਹੈ ਜਹ ਜਾਏ, ਜੰਗਲਾਂ ਵਿੱਚ ਖਾਲਸਾ ਜੀ ਜਿੱਥੇ ਤਤ ਖਾਲਸਾ ਰਹਿੰਦਾ ਸੀਗਾ। ਨਵਾਬ ਕਹਿੰਦਾ ਭਾਈ ਸੁਬੇਗ ਸਿੰਘ ਨੂੰ ਜਾ ਕੇ ਤਤ ਖਾਲਸੇ ਨੂੰ ਕਹਿ, ਭਾਵ ਪੰਜ ਸਿੰਘਾਂ ਨੂੰ ਕਹਿ। ਨਵਾਬ ਨੂੰ ਪਤਾ ਸੀ ਜੇ ਪੰਜ ਗੁਰੂ ਕੇ ਸਿੱਖ ਬਚਨ ਕਹਿ ਦੇਣ ਤੇ ਗੁਰੂ ਵੀ ਨਹੀਂ ਮੋੜਦਾ। ਜੇ ਪੰਜ ਗੁਰੂ ਕੇ ਸਿੱਖਾਂ ਨੇ ਕਹਿ ਦਿੱਤਾ ਭਾਈ ਤਾਰੂ ਸਿੰਘ ਨੂੰ ਵੀ ਇਹਨੂੰ ਬੰਦ ਖਲਾਸੀ ਕਰ ਦਿਓ, ਤੇ ਭਾਈ ਤਾਰੂ ਸਿੰਘ ਮੋੜਨਗੇ ਨਹੀਂ। ਕਿਉਂਕਿ ਭਾਈ ਤਾਰੂ ਸਿੰਘ ਜੀ ਖੋਪੜੀ ਉਤਰਨ ਤੋਂ ਬਾਅਦ 22 ਦਿਨ ਜੀਵਤ ਰਹੇ ਤੇ ਖਾਲਸਾ ਜੀ 21 ਦਿਨ ਨਵਾਬ ਤੜਪਦਾ ਰਿਹਾ। 21 ਦਿਨ ਐਸਾ ਭਾਰੀ ਬਚਨ ਭਾਈ ਤਾਰੂ ਸਿੰਘ ਜੀ ਨੇ ਕੀਤਾ ਸੀ। ਜਾਏ ਤੁਰਤ ਤੂੰ ਤਿਸ ਹੀ ਥਾਏ, ਭਾਈ ਸੁਬੇਗ ਸਿੰਘ ਨੂੰ ਕਹਿੰਦੇ ਉੱਥੇ ਜਾਓ ਛੇਤੀ ਤਤ ਖਾਲਸੇ ਕੋਲ ਜਾ ਕਰਕੇ ਮੇਰੀ ਬੇਨਤੀ ਕਰੋ। ਹਮਰੇ ਥਾ ਤੁਮ ਪੈਰੀ ਭਰੋ, ਮੇਰੀ ਥਾਂ ਤੇ ਜਾ, ਮੈਂ ਤਕਲੀਫ ਵਿੱਚ ਚੱਲ ਵੀ ਨਹੀਂ ਸਕਦਾ, ਬੈਠ ਵੀ ਨਹੀਂ ਸਕਦਾ, ਤੜਪ ਰਿਹਾ। ਤੂੰ ਮੇਰੇ ਵੱਲੋਂ ਜਾ ਕੇ ਬੇਨਤੀ ਕਰ ਦੇ। ਹਮਰੀ ਥਾ ਤੁਮ ਬੇਨਤੀ ਕਰੋ, ਮੇਰੀ ਥਾਂ ਤੇ ਜਾ ਕਰਕੇ ਖਾਲਸਿਆਂ ਨੂੰ ਬੇਨਤੀ ਕਰ ਦੇ। ਮੈਂ ਤਾਂ ਹੋਈ ਵੱਡ ਤਕਸੀਰ, ਮੇਰੇ ਕੋਲੋਂ ਵੱਡੇ ਕਸੂਰ ਹੋਏ, ਵੱਡੇ ਵੱਡੇ ਅਪਰਾਧ ਹੋਏ, ਮੈਂ ਬਹੁਤ ਗਲਤੀਆਂ ਕੀਤੀਆਂ ਨੇ, ਮੈਂ ਮੰਨਦਾ ਹਾਂ। ਮੈਂ ਤੁਮਰੋ ਹੋ ਦੇਵਨ ਗੀਰ, ਇਸ ਕਰਕੇ ਹੁਣ ਮੈਂ ਤੁਹਾਡਾ ਦੇਣਹਾਰ ਹਾਂ, ਮੈਂ ਤੁਹਾਡੀ ਸ਼ਰਨੀ ਆਇਆ, ਮੈਨੂੰ ਬਖਸ਼ ਦਿਓ। ਹੈ ਗੁਰ ਤੁਮਰੋ ਲਿਖਿਆ ਯਹ, ਕਿਉਂਕਿ ਤੁਹਾਡੇ ਸਤਿਗੁਰਾਂ ਨੇ ਹੀ ਆਪਣੀ ਬਾਣੀ ਵਿੱਚ ਇਹ ਲਿਖਿਆ ਹੈ। ਸੰਤ ਦੋਖੀ ਕਾ ਥਾਉ ਕੋ ਨਹਿ, ਕਿ ਸੰਤ ਦੋਖੀ ਕਾ ਥਾਉ ਕੋ ਨਾਹੀ। ਜਿਹੜਾ ਸੰਤ ਦਾ ਦੋਖੀ ਹੈ ਨਾ, ਕਿਸੇ ਭਜਨ ਬੰਦਗੀ ਵਾਲੇ ਦਾ ਦੋਖੀ ਹੈ, ਜਿਹੜਾ ਕਿਸੇ ਮਹਾਪੁਰਖ ਦਾ ਦੋਖੀ ਹੈ, ਮਹਾਪੁਰਖ ਨੂੰ ਨਿੰਦਿਆ ਕਰਦਾ ਹੈ, ਮਹਾਪੁਰਖ ਬਾਰੇ ਭੱਦੀ ਸ਼ਬਦਾਵਲੀ ਬੋਲਦਾ ਹੈ, ਜਾਂ ਕਿਸੇ ਮਹਾਪੁਰਸ਼ ਨੂੰ ਦੁੱਖ ਦਿੰਦਾ ਹੈ, ਐਸੇ ਖਾਲਸਾ ਜੀ ਪਾਪੀ ਨੂੰ ਨਰਕਾਂ ਵਿੱਚ ਵੀ ਥਾਂ ਨਹੀਂ ਮਿਲਦੀ ਜਿਹੜਾ ਕਿਸੇ ਰੱਬ ਦੇ ਪਿਆਰੇ ਨੂੰ ਦੁੱਖ ਪਹੁੰਚਾਉਂਦਾ ਹੈ। ਸੰਤ ਕਾ ਨਿੰਦਕ ਮਹਾ ਹਤਿਆਰਾ, ਕਿਉਂਕਿ ਸੰਤਾਂ ਦੀ ਨਿੰਦਿਆ ਕਰਨ ਵਾਲਾ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਹਤਿਆਰਾ, ਵੱਡਾ ਪਾਪੀ ਹੈ। ਸੰਤ ਕਾ ਨਿੰਦਕ ਪਰਮੇਸ਼ਰ ਮਾਰਾ, ਤੇ ਜਿਹੜਾ ਸੰਤ ਦਾ ਨਿੰਦਕ ਹੁੰਦਾ ਹੈ, ਕਿਸੇ ਰੱਬ ਦੇ ਪਿਆਰੇ ਦੀ ਨਿੰਦਿਆ ਕਰਦਾ ਨਾ ਖਾਲਸਾ ਜੀ, ਉਹਨੂੰ ਫਿਰ ਰੱਬ ਦਾ ਪਿਆਰਾ ਨਹੀਂ ਮਾਰਦਾ, ਉਹਨੂੰ ਰੱਬ ਆਪ ਹੀ ਮਾਰਦਾ। ਤੇ ਜਿਹਨੂੰ ਰੱਬ ਮਾਰਦਾ ਨਾ, ਰੱਬ ਡਾਂਗ ਨਹੀਂ ਮਾਰਦਾ, ਰੱਬ ਬੰਦੇ ਦੀ ਮੱਤ ਹੀ ਮਾਰਦਾ। ਤੇ ਜਦੋਂ ਬੰਦੇ ਦੀ ਮੱਤ ਮਰ ਜਾਂਦੀ ਹੈ ਨਾ, ਉਹ ਫਿਰ ਇੱਕੋ ਵਾਰੀ ਨਹੀਂ ਮਰਦਾ, ਉਹ ਜ਼ਿੰਦਗੀ ਦੇ ਵਿੱਚ ਤੜਪਦਾ ਰਹਿੰਦਾ ਤੇ ਆਪਣੀ ਮੌਤ ਦੀਆਂ ਪੁਕਾਰਾਂ ਕਰਦਾ, ਪਰ ਫਿਰ ਵੀ ਰੱਬ ਮਾਰਦਾ ਨਹੀਂ, ਰੱਬ ਉਹਨੂੰ ਹੋਰ ਤੜਪਾਉਂਦਾ। ਇਸ ਕਰਕੇ ਕਹਿੰਦੇ ਕਿਸੇ ਮਹਾਪੁਰਖ ਦੀ, ਰੱਬ ਦੇ ਪਿਆਰੇ ਦੀ ਕਦੇ ਨਿੰਦਿਆ ਨਾ ਕਰ, ਰੱਬ ਦੇ ਪਿਆਰਿਆਂ ਦਾ ਸਤਿਕਾਰ ਕਰ। ਸੋ ਕਹਿੰਦਾ ਨਵਾਬ ਕਿ ਤੁਹਾਡੇ ਗੁਰੂ ਨੇ ਲਿਖਿਆ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ, ਕਿ ਜਿਹੜਾ ਕਿਸੇ ਸੰਤ ਨੂੰ ਦੁੱਖ ਪਹੁੰਚਾਵੇ ਉਹਨੂੰ ਰੱਬ ਆਪ ਮਾਰਦਾ। ਚੌਪਈ ਸਾਹਿਬ ਵਿੱਚ ਇੱਕ ਆਪਾਂ ਬਚਨ ਪੜ੍ਹਦੇ ਹਾਂ, ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਕਹਿੰਦੇ ਪਰਮਾਤਮਾ ਪਤਾ ਦੁਖੀ ਕਦੋਂ ਹੁੰਦਾ, ਜਦੋਂ ਪਰਮਾਤਮਾ ਦੇ ਪਿਆਰੇ ਦੁਖੀ ਹੁੰਦੇ ਉਦੋਂ ਪਰਮਾਤਮਾ ਵੀ ਦੁਖੀ ਹੁੰਦਾ। ਤੇ ਜਦੋਂ ਪਰਮਾਤਮਾ ਦੇ ਪਿਆਰੇ ਸੁਖੀ ਹੋਣ ਉਦੋਂ ਪਰਮਾਤਮਾ ਵੀ ਸੁਖੀ ਹੋ ਜਾਂਦਾ। ਇਸ ਕਰਕੇ ਕਦੇ ਵੀ ਕਿਸੇ ਰੱਬ ਦੇ ਪਿਆਰੇ ਨੂੰ ਦੁੱਖ ਨਾ ਪਹੁੰਚਾ। ਸੰਤ ਭਾਵੈ ਤਾਂ ਲਹੇ ਉਬਾਰ, ਨਵਾਬ ਕਹਿੰਦਾ ਤੁਹਾਡੇ ਸਤਿਗੁਰਾਂ ਕਿਹਾ ਸੰਤ ਭਾਵੈ ਤਾਂ ਲਏ ਉਬਾਰ। ਜੇ ਸੰਤ ਨੂੰ ਭਾ ਜਾਵੇ, ਰੱਬ ਦੇ ਪਿਆਰੇ ਨੂੰ ਭਾ ਜਾਵੇ, ਤੇ ਰੱਬ ਦਾ ਪਿਆਰਾ ਕਿਸੇ ਪਾਪੀ ਨੂੰ ਵੀ ਤਾਰ ਸਕਦਾ ਹੈ। ਯੋ ਲਿਖਿਓ ਤੁਮ ਗ੍ਰੰਥ ਮਝਾਰ, ਇਸ ਤਰ੍ਹਾਂ ਤੁਹਾਡੇ ਧੁਰ ਕੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਤਿਗੁਰਾਂ ਨੇ ਬਚਨ ਕੀਤੇ ਨੇ। ਦੋਹਰਾ ਔਰ ਬਾਤ ਹਮ ਇੱਕ ਸੁਣੀ, ਗੁਰੂ ਖਾਲਸੇ ਗਇਓ ਬਤਾਏ। ਇੱਕ ਹੋਰ ਗੱਲ ਮੈਂ ਤੁਹਾਡੇ ਖਾਲਸਿਆਂ ਤੋਂ ਸੁਣੀ ਹੈ। ਨਵਾਬ ਕਹਿ ਰਿਹਾ ਸੁਬੇਗ ਸਿੰਘ ਨੂੰ ਕਿ ਸੁਬੇਗ ਸਿੰਘਾ, ਜਿੱਥੇ ਮੈਂ ਬਾਣੀ ਬਾਰੇ ਸੁਣਿਆ, ਉੱਥੇ ਮੈਂ ਇੱਕ ਹੋਰ ਮਰਿਆਦਾ ਤੁਹਾਡੇ ਪੰਥ ਬਾਰੇ ਸੁਣੀ ਹੈ। ਪੰਜ ਸਿੱਖ ਜਾਹੇ ਹੱਥ ਜੋੜੈ, ਤਹ ਮੈਂ ਪਹੁੰਚੋ ਆਏ। ਕਿ ਜਿੱਥੇ ਪੰਜ ਗੁਰੂ ਕੇ ਸਿੱਖ ਹੱਥ ਜੋੜ ਕੇ ਖੜ ਜਾਂਦੇ, ਉੱਥੇ ਕਲਗੀਆਂ ਵਾਲੇ ਖੁਦ ਖੜ ਜਾਂਦੇ ਨੇ। ਤੇ ਜੋ ਪੰਜ ਸਿੱਖ ਬਚਨ ਕਰਦੇ ਨੇ ਉਹਨੂੰ ਸਤਿਗੁਰੂ ਵੀ ਨਹੀਂ ਮੋੜਦੇ। ਸੁਬੇਗ ਸਿੰਘਾ ਜਾ ਉਹਨਾਂ ਪੰਜਾਂ ਸਿੱਖਾਂ ਨੂੰ ਇਕੱਠਿਆਂ ਕਰਕੇ ਕਹਿ ਭਾਈ ਤਾਰੂ ਸਿੰਘ ਨੂੰ
ਕਿ ਇੱਕੋ ਵਾਰ ਦੇ ਵਿੱਚ ਮਾਰ ਦਿਓ, ਪਰ ਇਸ ਤਰ੍ਹਾਂ ਤੜਪਾਓ ਨਾ। ਮੈਨੂੰ ਮਾਰ ਦਿਓ, ਮੇਰੀ ਬੰਦ ਖਲਾਸੀ ਕਰ ਦਿਓ, ਮੈਂ ਮੌਤ ਦੀ ਭੀਖ ਮੰਗਦਾ। ਅੱਜ ਨਵਾਬ ਮੌਤ ਦੀ ਭੀਖ ਮੰਗ ਰਿਹਾ ਖਾਲਸਾ ਜੀ ਗੁਰੂ ਕੇ ਸਿੱਖਾਂ ਤੋਂ। ਚੌਪਈ ਗੁਰੂ ਗ੍ਰੰਥ ਮੈਂ ਲਿਖਿਓ ਜੋਏ, ਜੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਲਿਖਿਆ ਹੈ, ਸਿੱਖ ਸੰਗਤ ਕਹੈ ਸਤ ਸੋ ਹੋਏ, ਕਿ ਜੋ ਵੀ ਗੁਰੂ ਕੀ ਸੰਗਤ ਬਚਨ ਕਰਦੀ ਹੈ ਉਹ ਸੱਚ ਹੁੰਦਾ ਹੈ। ਦੇਹੋ ਪ੍ਰਧਾਏ ਸੋ ਹਮੈ ਦਿਖਾਏ। ਇਸ ਕਰਕੇ ਸੁਬੇਗ ਸਿਆ ਉਹ ਬਚਨ ਮੈਨੂੰ ਸੱਚ ਕਰਕੇ ਵਿਖਾ। ਜੋ ਸਤਿਗੁਰਾਂ ਨੇ ਕਿਹਾ ਨਾ ਵੀ ਜੋ ਸੰਗਤ ਕਹਿ ਦਵੇ ਗੁਰੂ ਕੇ ਸਿੱਖ ਕਹਿ ਦੇਣ, ਰੱਬ ਵੀ ਨਹੀਂ ਟਾਲਦਾ। ਇਸ ਕਰਕੇ ਹੁਣ ਉਹ ਬਚਨ ਮੈਨੂੰ ਪ੍ਰਤੱਖ ਕਰਕੇ ਵਿਖਾ। ਐਸੇ ਆਖਿਓ ਨਵਾਬ ਬੁਨਾਏ। ਇਸ ਤਰ੍ਹਾਂ ਨਵਾਬ ਖਾਲਸਾ ਜੀ ਬਾਣੀ ਦੇ ਵਿੱਚੋਂ ਉਦਾਹਰਣ ਦਿੰਦਾ ਵੀ ਇਹ ਗੁਰੂ ਕੇ ਸਿੱਖ ਉਂਝ ਤਾਂ ਬਖਸ਼ਦੇ ਨਹੀਂ, ਜਦੋਂ ਬਾਣੀ ਦਾ ਵਾਸਤਾ ਪਾਵਾਂਗਾ ਹੋ ਸਕਦਾ ਭਤੀਜ ਜਾਣ ਮੈਨੂੰ ਬਖਸ਼ ਦੇਣ। ਔਰ ਸੁਣੀ ਮੈਂ ਪੜਤੇ ਬਾਣੀ। ਨਵਾਬ ਕਹਿੰਦਾ ਮੈਂ ਹੋਰ ਵੀ ਤੁਹਾਡੇ ਸਿੱਖਾਂ ਤੋਂ ਸੁਣਿਆ ਗੁਰਬਾਣੀ ਬਾਰੇ, ਸੁਖਮਨੀ ਜੋ ਗੁਰੂ ਬਿਖਾਨੀ, ਕਿ ਜੋ ਸੁਖਮਨੀ ਸਾਹਿਬ ਦੀ ਬਾਣੀ ਤੁਹਾਡੇ ਸਤਿਗੁਰਾਂ ਨੇ ਉਚਾਰੀ ਹੈ। ਸੰਤ ਦੋਖੀ ਕਾ ਥਉ ਕੋ ਨਾਹੇ, ਕਿ ਸੰਤ ਦੋਖੀ ਦਾ ਦੁਨੀਆ ਦੇ ਤਖਤੇ ਤੇ ਥਾਂ ਕੋਈ ਨਹੀਂ। ਜਿਹੜਾ ਕਿਸੇ ਸੰਤ ਨੂੰ ਦੁੱਖ ਪਹੁੰਚਾਉਂਦਾ ਨਰਕਾਂ ਵਿੱਚ ਵੀ ਥਾਂ ਨਹੀਂ ਮਿਲਦਾ। ਨਾਨਕ ਸੰਤ ਭਾਵੈ ਤਾਂ ਓਏ ਪੀ ਗਤ ਪਾਏ। ਪਰ ਜੇ ਕਿਤੇ ਰੱਬ ਦੇ ਪਿਆਰੇ ਦਾ ਮਨ ਪਤੀਜ ਜਾਵੇ ਤੇ ਰੱਬ ਦਾ ਪਿਆਰਾ ਐਸੇ ਵੱਡੇ ਪਾਪੀ ਨੂੰ ਵੀ ਨਰਕਾਂ ਵਿੱਚ ਵੀ ਥਾਂ ਦਵਾ ਸਕਦਾ ਤੇ ਬਖਸ਼ਵਾ ਸਕਦਾ। ਇਸ ਕਰਕੇ ਹੁਣ ਮੇਰੀਆਂ ਭੁੱਲਾਂ ਬਖਸ਼ਵਾ ਦਿਓ। ਸੰਤ ਕੀ ਨਿੰਦਾ ਦੋਖ ਮੋਹਿ ਦੋਖ। ਸੁਖਮਨੀ ਸਾਹਿਬ ਵਿੱਚ ਲਿਖਿਆ ਰੱਬ ਦੇ ਪਿਆਰੇ ਦੀ ਨਿੰਦਿਆ ਦੁੱਖਾਂ ਦੇ ਵਿੱਚੋਂ ਵੀ ਵੱਡਾ ਦੁੱਖ ਹੈ, ਪਾਪਾਂ ਦਾ ਵੀ ਪਾਪ ਹੈ। ਨਾਨਕ ਸੰਤ ਭਾਵੈ ਤਾਂ ਉਸ ਕਾ ਪੀ ਹੋਏ ਮੋਖ। ਪਰ ਜੇ ਸੰਤ ਨੂੰ ਭਾ ਜਾਵੇ ਤੇ ਖਾਲਸਾ ਜੀ ਸੰਤ ਸੰਗ ਨਿੰਦਕ ਭੀ ਤਰੈ। ਸੰਤ ਦੀ ਕਿਰਪਾ ਹੋ ਜਾਵੇ ਤੇ ਨਿੰਦਕ ਪਾਪੀ ਵੀ ਤਰ ਜਾਂਦਾ ਹੈ। ਜਿਵੇਂ ਖਾਲਸਾ ਜੀ ਇੱਕ ਸੰਤ ਦੀ ਨਿੰਦਿਆ ਗਣਕਾ ਤੇ ਹੋਈ, ਖਾਲਸਾ ਜੀ ਉਹ ਗਣਕਾ ਵੀ ਤਰ ਗਈ। ਸੋ ਇਸ ਤਰ੍ਹਾਂ ਅਜਾਮਲ ਤੇ ਹੋਈ, ਅਜਾਮਲ ਵੀ ਤਰ ਗਿਆ। ਜਿਹਦੇ ਉੱਤੇ ਵੀ ਰੱਬ ਦੇ ਪਿਆਰੇ ਦੀ ਨਿਗਾਹ ਹੋ ਜਾਵੇ ਉਹ ਤਰ ਜਾਂਦਾ ਹੈ। ਸੰਤ ਕੇ ਦੋਖੀ ਕੋ ਨਾਹੀ ਠਾਓ। ਸੰਤ ਨੂੰ, ਸੰਤ ਦੇ ਦੋਖੀ ਨੂੰ ਦੁਨੀਆ ਦੇ ਤਖਤੇ ਤੇ ਹੋਰ ਕੋਈ ਨਹੀਂ ਰੱਖ ਸਕਦਾ। ਨਾਨਕ ਸੰਤ ਭਾਵੈ ਤਾਂ ਲੈ ਮਿਲਾਏ। ਪਰ ਜੇ ਸੰਤ ਦੀ ਦ੍ਰਿਸ਼ਟੀ ਹੋ ਜਾਵੇ ਤੇ ਸੰਤ ਦੁਨੀਆ ਦੇ ਤਖਤੇ ਤੇ ਪ੍ਰਮਾਤਮਾ ਦੀ ਦਰਗਾਹ ਤੋਂ ਬਖਸ਼ਵਾ ਸਕਦਾ ਹੈ। ਸੰਤ ਕੇ ਦੋਖੀ ਕੋ ਅਵਰ ਨਾ ਰੱਖਨ ਹਾਰ। ਕਿਉਂਕਿ ਜਿਹੜਾ ਸੰਤ ਨੂੰ ਦੁੱਖ ਪਹੁੰਚਾਉਂਦਾ ਹੈ, ਜਿਹੜਾ ਕਿਸੇ ਰੱਬ ਦੇ ਪਿਆਰੇ ਨੂੰ ਦੁੱਖ ਪਹੁੰਚਾਉਂਦਾ ਹੈ, ਉਹ ਦੁਨੀਆ ਦੇ ਤਖਤੇ ਤੇ ਕਿਤੇ ਵੀ ਉਹਨੂੰ ਕੋਈ ਜਗ੍ਹਾ ਨਹੀਂ ਦਿੰਦਾ। ਨਾਨਕ ਸੰਤ ਭਾਵੈ ਤਾਂ ਲੈ ਉਬਾਰ। ਪਰ ਜੇ ਰੱਬ ਦੇ ਪਿਆਰੇ ਨੂੰ ਭਾ ਜਾਵੇ ਤੇ ਰੱਬ ਦਾ ਪਿਆਰਾ ਉਸ ਦੀਆਂ ਭੁੱਲਾਂ ਵੀ ਬਖਸ਼ਵਾ ਸਕਦਾ ਹੈ। ਜੋ ਯਹ ਬਾਣੀ ਹੈ ਗੁਰ ਸਾਚੀ। ਕਹਿੰਦਾ ਜੇ ਸਤਿਗੁਰਾਂ ਨੇ ਬਾਣੀ ਉਚਾਰੀ ਜੇ ਇਹ ਸੱਚੀ ਹੈ ਤਉ ਤਕਸੀਰ ਕਰੋ ਮੁਝ ਕਾਚੀ। ਤਾਂ ਕਿਰਪਾ ਕਰਕੇ ਮੈਨੂੰ ਇਹ ਬਾਣੀ ਦਾ ਵਾਸਤਾ ਮੇਰੀਆਂ ਇੱਕ ਵਾਰ ਭੁੱਲਾਂ ਬਖਸ਼ਵਾ ਦੇ। ਸੁਬੇਗ ਸਿਆ ਜਾ ਭਾਈ ਤਾਰੂ ਸਿੰਘ ਨੂੰ ਗੁਰੂ ਕਿਆ ਸਿੱਖਾਂ ਨੂੰ ਮੇਰੇ ਵੱਲੋਂ ਬਾਣੀ ਦਾ ਵਾਸਤਾ ਪਾ ਕਿ ਮੈਂ ਤੜਪ ਰਿਹਾ, ਮੈਨੂੰ ਬਾਣੀ ਦਾ ਵਾਸਤਾ ਮੈਨੂੰ ਬਖਸ਼ ਦਿਓ। ਦੋਹਰਾ ਹਮ ਸਭ ਪਾਪੀ ਨਾਹੇ ਕਉ ਸੰਤ ਖਾਲਸਾ ਸਮ ਨਹਿ ਕੋਏ। ਕਹਿੰਦਾ ਮੇਰੇ ਵਰਗਾ ਪਾਪੀ ਕੋਈ ਨਹੀਂ ਤੇ ਦੁਨੀਆ ਦੇ ਤਖਤੇ ਤੇ ਖਾਲਸੇ ਵਰਗਾ ਸੰਤ ਕੋਈ ਨਹੀਂ। ਨਵਾਬ ਜਿਹੜਾ ਖਾਲਸੇ ਨੂੰ ਮਾਰਨਾ ਚਾਹੁੰਦਾ ਸੀ ਤਰਲੇ ਲੈਂਦਾ, ਕਹਿੰਦਾ ਮੇਰੇ ਵਰਗਾ ਪਾਪੀ ਕੋਈ ਨਹੀਂ ਤੇ ਖਾਲਸੇ ਵਰਗਾ ਸੰਤ ਕੋਈ ਨਹੀਂ। ਸੁਖਮਨੀ ਮੈਂ ਜੋ ਲਿਖਿਓ ਪਰਤਾਏ ਦਿਖਾ ਲੋ ਸੋਏ। ਇਸ ਕਰਕੇ ਜੋ ਸੁਖਮਨੀ ਸਾਹਿਬ ਵਿੱਚ ਲਿਖਿਆ, ਜੋ ਸਤਿਗੁਰਾਂ ਨੇ ਬਚਨ ਕੀਤੇ, ਉਹ ਬਾਣੀ ਦਾ ਵਾਸਤਾ ਮੈਨੂੰ ਬਖਸ਼ਵਾ ਦਿਓ। ਜੋ ਗੁਰਬਾਣੀ ਮੈਂ ਸ਼ਕਤ ਤੋਂ ਸਿੱਖ ਸੱਚ ਪੰਚਨ ਮਾਹੇ। ਜੇ ਗੁਰਬਾਣੀ ਦੇ ਵਿੱਚ ਤੇ ਸਤਿਗੁਰੂ ਦੇ ਪੰਜਾਂ ਸਿੱਖਾਂ ਦੇ ਵਿੱਚ ਤਾਕਤ ਹੈ, ਉਹਨਾਂ ਪੰਜਾਂ ਸਿੱਖਾਂ ਨੂੰ ਬਾਣੀ ਦਾ ਵਾਸਤਾ ਦੇ ਤੇ ਮੇਰੀ ਤਕਲੀਫ ਦੂਰ ਕਰ ਦਿਓ, ਮੈਨੂੰ ਇੱਕੋ ਵਾਰ ਦੇ ਵਿੱਚ ਮਾਰ ਦਿਓ। ਤਉ ਤੂੰ ਜਾਏ ਨਵਾਬ ਪੈ ਜੋ ਹੈ ਸਿੰਘ ਨਮਾਹੇ। ਸੁਬੇਗ ਸਿਆ ਜਾ ਨਵਾਬ ਕਪੂਰ ਸਿੰਘ ਜੋ ਪੰਥ ਦਾ ਜਰਨੈਲ ਹੈ, ਉਸ ਨਵਾਬ ਕਪੂਰ ਸਿੰਘ ਅੱਗੇ ਜਾ ਕੇ ਬਾਣੀ ਦਾ ਵਾਸਤਾ ਪਾ ਤੇ ਇਹ ਕਹਿ ਕਿ ਅੱਜ ਲਾਹੌਰ ਦਾ ਨਵਾਬ ਇਸ ਪੰਥ ਦੇ ਨਵਾਬ ਅੱਗੇ ਆਪਣੀ ਮੌਤ ਦੀ ਦੁਹਾਈ ਪਾਉਂਦਾ ਹੈ। ਲਾਹੌਰ ਦਾ ਨਵਾਬ, ਖਾਲਸਾ ਪੰਥ ਦੇ ਨਵਾਬ, ਨਵਾਬ ਕਪੂਰ ਸਿੰਘ ਕੋਲੋਂ
ਭਾਈ ਤਾਰੂ ਸਿੰਘ ਕੋਲੋਂ ਮੌਤ ਦੀ ਭੀਖ ਮੰਗਦਾ ਹੈ। ਜੋ ਜਿੰਦ ਬਖਸ਼ੋ ਨਾਹੇ ਸਿੰਘ ਤੋਂ ਇਤਨੀ ਤੋ ਕਰ ਲਾਇਓ। ਮੇਰੀ ਜ਼ਿੰਦਗੀ ਬਖਸ਼ ਦਿਓ, ਮੈਂ ਬਾਣੀ ਦਾ ਵਾਸਤਾ ਦਿੰਦਾ ਹਾਂ। ਇੱਕ ਬਾਰ ਦੁਖੋ ਛਡਾਏ ਕਰ ਫਿਰ ਤਾਰੂ ਸਿੰਘ ਲੈ ਜਾਏ। ਇੱਕੋ ਵਾਰ ਦੇ ਵਿੱਚ ਖਤਮ ਕਰ ਦਿਓ, ਮੇਰੀ ਜਾਨ ਕੱਢ ਲੋ ਪਰ ਮੈਨੂੰ ਤੜਪਾਵੋ ਨਾ। ਸੁਬੇਗ ਸਿੰਘ ਜੰਬਰ ਤੁਰਿਓ ਜਾ ਪਹੁੰਚਿਓ ਖਾਲਸਾ ਪਾਸ। ਹੁਣ ਭਾਈ ਸੁਬੇਗ ਸਿੰਘ ਜੀ ਖਾਲਸੇ ਦੇ ਕੋਲ ਪਹੁੰਚ ਗਏ। ਫਤਿਹ ਬੁਲਾਈ ਸਤਿਗੁਰੂ ਕਰ ਕੁਰਨਾਸ ਬਹੁਤ ਹਲਾਸ। ਤੇ ਖਾਲਸੇ ਨੂੰ ਗੁਰੂ ਕਿਆਂ ਸਿੱਖਾਂ ਨੂੰ ਨਮਸਕਾਰ ਕਰਕੇ ਭਾਈ ਸੁਬੇਗ ਸਿੰਘ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀ ਸਾਂਝ ਪਾਈ। ਚੌਪਈ ਸਮੂਹ ਖਾਲਸੇ ਦੀਵਾਨ ਲਗਾਇਓ। ਇਧਰੋਂ ਖਾਲਸਾ ਜੀ ਸਮੁੱਚੇ ਗੁਰੂ ਕੇ ਖਾਲਸੇ ਪੰਥ ਨੇ ਦੀਵਾਨ ਲਾਇਆ ਹੋਇਆ ਹੈ। ਆਦਰ ਸੋ ਸੁਬੇਗ ਸਿੰਘ ਬੁਲਾਇਆ। ਤੇ ਗੁਰੂ ਕਿਆਂ ਸਿੱਖਾਂ ਨੇ ਭਾਈ ਸੁਬੇਗ ਸਿੰਘ ਨੂੰ ਬੜੇ ਸਤਿਕਾਰ ਨਾਲ ਬਿਠਾਇਆ। ਸੁਬੇਗ ਸਿੰਘ ਕੀ ਕੁਸ਼ਲ ਪਛ ਲਈ। ਤੇ ਖਾਲਸਾ ਜੀ ਭਾਈ ਸੁਬੇਗ ਸਿੰਘ ਨੂੰ ਪੁੱਛਦੇ ਕਿ ਤੂੰ ਠੀਕ ਹੈ, ਤੇਰਾ ਪਰਿਵਾਰ ਰਾਜੀ ਖੁਸ਼ੀ ਹੈ। ਕਪੂਰ ਸਿੰਘ ਜੀ ਨਵਾਬ ਆਏ ਭਾਈ। ਇੰਨੇ ਨੂੰ ਭਾਈ ਨਵਾਬ ਕਪੂਰ ਸਿੰਘ ਜੀ ਆ ਗਏ ਤੇ ਉਹਨਾਂ ਨੂੰ ਸਾਰੀ ਗੱਲ ਸੁਬੇਗ ਸਿੰਘ ਦੱਸਦਾ ਹੈ। ਫਿਰ ਪੁੱਛੀ ਤਾਰੂ ਸਿੰਘ ਬਾਤ। ਤੇ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਬਾਰੇ ਨਵਾਬ ਕਪੂਰ ਸਿੰਘ ਜੀ ਸੁਬੇਗ ਸਿੰਘ ਤੋਂ ਪੁੱਛਦੇ ਨੇ। ਮਾਰ ਸਾਤ ਖਾਨੂ ਸਿਰ ਲਾਤ। ਤੇ ਖਾਲਸਾ ਜੀ ਸੁਬੇਗ ਸਿੰਘ ਦੱਸਦਾ ਕਿ ਭਾਈ ਤਾਰੂ ਸਿੰਘ ਨੇ ਖੋਪੜ ਉਤਰਵਾ ਲਿਆ ਤੇ ਅੱਜ ਵੀ ਉਸੇ ਤਰ੍ਹਾਂ ਬੈਠੇ ਹੋਏ ਨੇ, ਬਾਣੀ ਦਾ ਜਾਪ ਕਰ ਰਹੇ। ਤੇ ਜਿਹੜਾ ਨਵਾਬ ਹੈ ਉਹ ਬੜੀ ਤਕਲੀਫ ਦੇ ਵਿੱਚ ਤੜਪ ਰਿਹਾ ਹੈ। ਧੰਨ ਧੰਨ ਤਾਰੂ ਸਿੰਘ ਉਚਾਰਿਓ। ਤੇ ਨਵਾਬ ਕਪੂਰ ਸਿੰਘ ਜੀ ਤੇ ਸਾਰੇ ਗੁਰੂ ਕੇ ਸਿੱਖ ਕਹਿਣ ਲੱਗੇ ਧੰਨ ਹੈ ਭਾਈ ਤਾਰੂ ਸਿੰਘ ਜਿਨੇ ਸਿੱਖੀ ਸਿਦਕ ਨਿਭਾਇਆ। ਤ੍ਰਿਗ ਤ੍ਰਿਗ ਨਵਾਬ ਖਾਨੂ ਤਿਰਕਾਰਿਓ। ਤੇ ਖਾਲਸਾ ਜੀ ਨਵਾਬ ਖਾਨ ਬਹਾਦਰ ਨੂੰ ਗੁਰੂ ਕੇ ਸਿੱਖ ਲਾਹਣਤਾਂ ਪਾਉਂਦੇ ਨੇ। ਤਨ ਮਾਤਾ ਪਿਤਾ ਤਨ ਉਸ ਭਾਈ। ਕਹਿੰਦੇ ਭਾਈ ਤਾਰੂ ਸਿੰਘ ਦੇ ਮਾਤਾ ਵੀ ਧੰਨ, ਭਾਈ ਤਾਰੂ ਸਿੰਘ ਦੇ ਪਿਤਾ ਵੀ ਧੰਨ ਨੇ। ਸਿੱਖੀ ਰਖੀ ਓ ਦੇਹ ਗਵਾਈ। ਜਿਨ੍ਹਾਂ ਨੇ ਆਪਣਾ ਸਰੀਰ ਨਹੀਂ ਵੇਖਿਆ ਬਲਕਿ ਸਿੱਖੀ ਰੱਖ ਲਈ, ਸਰੀਰ ਛੱਡ ਦਿੱਤਾ। ਐਸੀ ਔਰ ਪੁਰਖ ਕਿਨ ਘਰੀ। ਖਾਲਸਾ ਜੀ ਗੁਰੂ ਕੇ ਸਿੱਖ ਕਹਿੰਦੇ ਭਾਈ ਤਾਰੂ ਸਿੰਘ ਵਰਗੀ ਕਰਨੀ ਦੁਨੀਆ ਦੇ ਤਖਤੇ ਤੇ ਕੋਈ ਨਹੀਂ ਕਰ ਸਕਦਾ। ਉਤਾਰ ਸੀਸੋ ਜਿਨ ਖੋਪਰੀ ਧਰੀ। ਜਿਨ੍ਹਾਂ ਨੇ ਕੇਸ ਕਟਵਾਉਣੇ ਕਬੂਲ ਨਹੀਂ ਕੀਤੇ ਬਲਕਿ ਖੋਪੜੀ ਉਤਰਾਉਣੀ ਕਬੂਲ ਕਰ ਲਈ। ਦੋਹਰਾ ਸੁਬੇਗ ਸਿੰਘ ਤਬ ਸੋ ਕਹੀ ਜੋ ਕਹੀ ਨਵਾਬ ਬਣਾਏ। ਹੁਣ ਖਾਲਸਾ ਜੀ ਨਵਾਬ ਖਾਨ ਬਹਾਦਰ ਨੇ ਜੋ ਕਿਹਾ ਕਿ ਬਾਣੀ ਦਾ ਵਾਸਤਾ ਮੇਰੀਆਂ ਭੁੱਲਾਂ ਬਖਸ਼ਾ ਦਿਓ, ਭਾਈ ਸੁਬੇਗ ਸਿੰਘ ਉਸੇ ਤਰ੍ਹਾਂ ਦੱਸਦੇ ਜੋ ਨਵਾਬ ਨੇ ਭਾਈ ਸੁਬੇਗ ਸਿੰਘ ਨੂੰ ਕਿਹਾ ਸੀ। ਸੁਨਤ ਸੋ ਸਿੰਘਨ ਇਮ ਲਗੀ ਜਿਮ ਬਰੂਦਾ ਅਗਾ ਛੁਝਾਏ। ਖਾਲਸਾ ਜੀ ਜਦੋਂ ਭਾਈ ਸੁਬੇਗ ਸਿੰਘ ਨੇ ਨਵਾਬ ਦੀਆਂ ਗੱਲਾਂ ਦਸੀਆਂ, ਗੁਰੂ ਕੇ ਸਿੱਖਾਂ ਨੂੰ ਇਸ ਤਰ੍ਹਾਂ ਲੱਗੀ ਕਹਿੰਦੇ ਜਿਵੇਂ ਅੱਗ ਦੇ ਵਿੱਚ ਬਰੂਦ ਸੱਟ ਦਿੱਤਾ ਹੋਵੇ। ਤਬੈ ਸਿੰਘ ਸੁਨ ਯੋ ਕਰਿਓ ਅਬ ਚੜੋ ਲਾਹੌਰੋ ਧਾਏ। ਤੇ ਸਾਰੇ ਗੁਰੂ ਕੇ ਸਿੱਖ ਕਹਿੰਦੇ ਕਿ ਖਾਲਸਾ ਜੀ ਤਿਆਰੀ ਕਰੀਏ, ਆ ਨਵਾਬ ਨੂੰ ਬਖਸ਼ਣ ਦੀ ਥਾਂ ਤੇ ਲਾਹੌਰ ਤੇ ਚੜ੍ਹਾਈ ਕਰੀਏ। या सिर कटिया जवाब को नवाब को क्या अपनो रहिया कटाए। ਤੇ ਜਾ ਕਰਕੇ ਇਸ ਨਵਾਬ ਦਾ ਇਸ ਖਾਨੂ ਦਾ ਸਿਰ ਵੱਢ ਦਈਏ ਜਿਨੇ ਗੁਰੂ ਕੇ ਸਿੱਖਾਂ ਉੱਤੇ ਐਸੇ ਜ਼ੁਲਮ ਕੀਤੇ ਨੇ। ਚੌਪਈ ਕਉ ਕਹਾ ਉਹਾ ਜਾਨ ਖਿਮ ਪਾਵਾ। ਖਾਲਸਾ ਜੀ ਜਦੋਂ ਇਸ ਤਰ੍ਹਾਂ ਕੁਝ ਗੁਰੂ ਕੇ ਸਿੱਖ ਕਹਿੰਦੇ ਲਾਹੌਰ ਤੇ ਚੜ੍ਹਾਈ ਕਰੀਏ ਤੇ ਕੁਝ ਗੁਰੂ ਕੇ ਸਿੱਖ ਵਿੱਚੋਂ ਕਹਿੰਦੇ ਵੀ ਆਪਣੀ ਗਿਣਤੀ ਥੋੜੀ ਹੈ, ਲਾਹੌਰ ਤੇ ਹੱਲਾ ਨਹੀਂ ਬੋਲਣਾ ਚਾਹੀਦਾ। ਹਮ ਥੋੜੇ ਕਿਮ ਕਰ ਹਮ ਜਾਵਾ। ਆਪਾਂ ਗਿਣਤੀ ਵਿੱਚ ਥੋੜੇ ਆ, ਕਿਸ ਤਰ੍ਹਾਂ ਜਾ ਕੇ ਮੁਕਾਬਲਾ ਕਰਾਂਗੇ। ਕਉ ਕਹਾ ਹਮ ਭੇਖ ਬਟਾਵਾ। ਖਾਲਸਾ ਜੀ ਕਈ ਗੁਰੂ ਕੇ ਸਿੱਖ ਕਹਿੰਦੇ ਖਾਲਸਾ ਜੀ ਇੱਕ ਵਾਰ ਚੱਲੀਏ ਜਾ ਕੇ ਇਸ ਲਾਹੌਰ ਦੇ ਨਵਾਬ ਦੇ ਨਾਲ ਦੋ ਦੋ ਹੱਥ ਕਰੀਏ। ਕਉ ਕਹਾ ਹਮ ਰਾਤੀ ਧਾਵਾ। ਤੇ ਕੁਝ ਗੁਰੂ ਕੇ ਸਿੱਖ ਕਹਿੰਦੇ ਅੱਧੀ ਰਾਤ ਨੂੰ ਜਾ ਕਰਕੇ ਲਾਹੌਰ ਤੇ ਧਾਵਾ ਬੋਲ ਦਿਆਂਗੇ। ਜੋ ਉਨ ਮਾਰਤ ਹਮ ਮਰ ਜਾਈਐ। ਜਾਂ ਤੇ ਮਾਰ ਦਿਆਂਗੇ ਜਾਂ ਮਰ ਜਾਵਾਂਗੇ। ਸਤ ਸ਼ਹੀਦੀ ਸਿਦਕ ਕਮਾਈਏ। ਤੇ ਜੇ ਮਰ ਵੀ ਗਏ ਤੇ ਗੁਰੂ ਦੀ ਦਿੱਤੀ ਸ਼ਹਾਦਤ ਦੀ ਦਾਤ ਝੋਲੀ ਵਿੱਚ ਪੈ ਜਾਵੇਗੀ। ਤਾਰੂ ਸਿੰਘ ਤੇ ਪਹਿਲਾਂ ਜਾਈਏ। ਤੇ ਭਾਈ ਤਾਰੂ ਸਿੰਘ ਹੋਣਾ ਦੇ ਜਾਣ ਤੋਂ ਪਹਿਲਾਂ ਹੀ ਕਲਗੀਆਂ ਵਾਲੇ ਦੀ ਗੋਦ ਵਿੱਚ ਜਾ ਬੈਠਾਂਗੇ।
ਜਾਏ ਦਰਗਾਹ ਮੈਂ ਰੋਰ ਮਚਾਈ ਤੇ ਦਰਗਾਹ ਵਿੱਚ ਜਾ ਕੇ ਖੁਦਾ ਦੇ ਅੱਗੇ ਪੁਕਾਰ ਕਰਾਂਗੇ ਕਿ ਐਸੇ ਜ਼ੁਲਮ ਧਰਤੀ ਤੇ ਹੋ ਰਹੇ, ਐਸੇ ਪਾਪੀਆਂ ਦਾ ਨਾਸ਼ ਕੀਤਾ ਜਾਵੇ। ਸਫਲ ਜਨਮ ਆਪਨੋ ਕਰ ਲਈਏ। ਇਸ ਤਰ੍ਹਾਂ ਸਾਰੇ ਸਿੱਖ ਕਹਿੰਦੇ ਕਿ ਚੱਲੀਏ ਲਾਹੌਰ ਤੇ ਚੜ ਕੇ ਸ਼ਹੀਦੀਆਂ ਪਾ ਕੇ ਆਪਣਾ ਜਨਮ ਸਫਲਾ ਕਰੀਏ। ਕਰ ਅਰਦਾਸ ਨਾ ਢਿੱਲ ਲਗਾਈਏ। ਇਸ ਤਰ੍ਹਾਂ ਖਾਲਸਾ ਜੀ ਸਾਰੇ ਪੰਥ ਦੇ ਵਿੱਚ ਚਰਚਾ ਛਿੜ ਗਈ ਭਾਈ ਸਾਹਿਬ ਭਾਈ ਸੁਬੇਗ ਸਿੰਘ ਜੀ ਦੀਆਂ ਗੱਲਾਂ ਸੁਣ ਕੇ। ਪਰ ਨਵਾਬ ਕਪੂਰ ਸਿੰਘ ਜੀ ਨੇ ਕਿਹਾ ਕਿ ਜੋ ਭਾਈ ਤਾਰੂ ਸਿੰਘ ਜੀ ਨੇ ਉਸ ਨਵਾਬ ਨੂੰ ਇਹ ਸ਼ਰਾਪਿਆ ਹੈ ਕਿ ਮਾਰ ਜੂਤਣ ਤੋਂ ਪਹਿਲੇ ਲਿਜਾਊਂ ਕਿ ਤੇਰੇ ਸਿਰ ਵਿੱਚ ਜੁੱਤੀਆਂ ਵੱਜਣਗੀਆਂ ਤੇ ਨਰਕਾਂ ਤੱਕ ਛੱਡ ਕੇ ਆਵਾਂਗੇ, ਉਹਦੇ ਵਿੱਚ ਵਿਘਨ ਨਹੀਂ ਪਾਉਣੀ ਚਾਹੀਦੀ। ਉਹ ਕਿਸ ਤਰ੍ਹਾਂ ਹੁਣ ਗੁਰੂ ਕੇ ਸਿੱਖਾਂ ਦੇ ਉੱਤੇ ਕਹਿਣ ਤੇ ਭਾਈ ਤਾਰੂ ਸਿੰਘ ਦੇ ਚਰਨਾਂ ਦੀ ਜੁੱਤੀ ਨਵਾਬ ਦੇ ਸਿਰ 'ਚ ਵੱਜੂ ਤੇ ਨਵਾਬ ਨਰਕਾਂ ਤਾਈ ਜਾਊਗਾ ਖਾਲਸਾ ਜੀ, ਉਹ ਆਪਾਂ ਕੱਲ ਸਰਵਣ ਕਰਾਂਗੇ। ਆਓ ਸਤਿਗੁਰੂ ਅੱਗੇ ਅਰਦਾਸ ਕਰੀਏ, ਜੋ ਵੀ ਸੁਣਿਆ ਸੁਣਾਇਆ ਜੀਵਨ ਵਿੱਚ ਕਮਾ ਸਕੀਏ। ਅਖੀਰ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਹਾਜ਼ਰ ਜਾਣ ਕੇ ਸ਼ਬਦ ਦਾ ਜਾਪ ਕਰਕੇ ਫਤਿਹ ਦੀ ਸਾਂਝ ਪਾਈਏ। ਹੋਈਆਂ ਤਮਾਮ ਭੁੱਲਾਂ ਦੀ ਖਿਮਾ ਕਰਨੀ, ਪ੍ਰੇਮ ਸਹਿਤ ਉਚਾਰਨ ਕਰੋ। ਹੇ ਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੈ ਸਦਾ ਬਬੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤ ਕੇ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹੋਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ ਰਾਖੋ ਹੀਐ, ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ, ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਕਥਾ ਨਿਤਾ ਪ੍ਰਤ ਹੋਤ ਹੈ ਸੁਨੋ ਸੋ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਗੁਰੂ ਸੋਰੀ ਸਾਧ ਸੰਗਤ ਜੀ, ਆਪ ਸਰਬੱਤ ਸੰਗਤ ਨੂੰ ਬੜੇ ਹੀ ਪਿਆਰ ਦੇ ਨਾਲ ਚੱਲ ਰਹੀ ਪੰਜ ਪ੍ਰਕਾਰ ਦੀ ਕਥਾ ਔਰ ਸੰਗਤਾਂ ਨੂੰ ਬੜੇ ਪਿਆਰ ਨਾਲ ਸਾਨੂੰ ਕਰਾ ਰਹੇ ਸੰਸਤਕਾਰ ਜੋ ਭਾਈ ਸੁਖਜੀਤ ਸਿੰਘ ਜੀ ਕਨਹਈਆ 96 ਕਰੋੜੀ ਬੁੱਢਾ ਦਲ ਦੇ ਮੁੱਖ ਪ੍ਰਚਾਰਕ।